ਜਿਹੜੇ ਬੁਨਿਆਦੀ ਮਸਲੇ ਨੇ ਉਹ ਕਿਉਂ ਮੰਫੀ ਹੋ ਜਾਂਦੇ ਨੇ। ਜਿਨ੍ਹਾਂ ਨੂੰ ਆਟਾ ਦਾਲ ਦੇਣਾ, ਜਿਨ੍ਹਾਂ ਨੂੰ ਕਣਕ ਚੌਲ ਦੇਣਾ, ਮੁਫਤ ਅਨਾਜ ਦੇਣਾ, ਉਹਨਾਂ ਦੇ ਲਈ ਰੁਜ਼ਗਾਰ ਕਿਹਨੇ ਦੇਣਾ, ਉਹਨਾਂ ਦੇ ਲਈ ਸਿਹਤ ਸਹੂਲਤਾਂ ਕਿਹਨੇ ਦੇਣੀਆਂ, ਉਹਨਾਂ ਦੇ ਲਈ ਸਕੂਲ ਸਿੱਖਿਆ ਕਿਹਨੇ ਦੇਣੀ। ਸੋ ਇਸ ਬੁਨਿਆਦੀ ਸਵਾਲਾਂ ਨੂੰ ਲੈ ਕੇ ਅਸੀਂ ਚਰਚਾ ਕਰਨ ਦੇ ਲਈ ਇਕੱਤਰ ਹੋਏ ਹਾਂ ਤੇ ਮੇਰੇ ਨਾਲ ਪ੍ਰੋਫੈਸਰ ਖਾਲਿਦ ਸਾਹਿਬ ਤੇ ਹਮੀਦ ਸਿੰਘ ਭਾਜੀ ਨੇ। ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਰਿਓੜੀਆਂ ਦੀ ਸਕੀਮਾਂ, ਮੁਫਤ ਅਨਾਜ ਵੰਡਣ ਦੀਆਂ ਸਕੀਮਾਂ ਸਿਰਫ ਵੋਟ ਸਿਆਸਤ ਹੈ ਜਾਂ ਸੱਚਮੁੱਚ ਦੇਸ਼ ਦੀ ਸੇਵਾ ਕਰਨ ਦਾ ਕੋਈ ਉਦਮ ਹੈ। ਖਾਲਿਦ ਸਾਹਿਬ, ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ। ਕਹਿੰਦੇ ਜੀ 81 ਕਰੋੜ ਲੋਕਾਂ ਨੂੰ ਅਗਲੇ ਸਾਲ ਤੱਕ ਅਸੀਂ ਅਨਾਜ ਦੇਵਾਂਗੇ ਤੇ ਇਹ ਅਨਾਜ ਸਿਰਫ ਗਰੀਬਾਂ ਦਾ ਢਿੱਡ ਭਰਨ ਲਈ ਹੈ ਜਾਂ ਉਹਨਾਂ ਦੀ ਵੋਟ ਹਥਿਆਉਣ ਲਈ, ਕਿਉਂਕਿ 9 ਸੂਬਿਆਂ ਦੀ ਚੋਣਾਂ ਤੇ ਉਹ ਤੋਂ ਬਾਅਦ ਫਿਰ 2024। ਜੀ ਦੇਖੋ, ਇਦਾਂ ਹੈ ਕਿ ਰੇਵੜੀਆਂ ਦੀ ਗੱਲ ਜਿਹੜੀ ਹੈਗੀ ਹੈ ਉਹ ਹੁਣ ਪੋਲੀਟੀਕਲ ਪਾਰਟੀਆਂ ਵੀ ਕਰਨ ਲੱਗੀਆਂ ਔਰ ਸੁਪਰੀਮ ਕੋਰਟ ਨੇ ਵੀ ਇਹਦਾ ਸੰਗਿਆਨ ਲਿੱਤਾ। ਗੱਲ ਇਹ ਹੈਗੀ ਹੈ ਕਿ ਕਿਆ ਜਿਹੜਾ ਅਸੀਂ ਹੈਲਪ ਕਰ ਰਹੇ ਹਾਂ ਉਹ ਉਸ ਜਗ੍ਹਾ ਤੇ ਜਾ ਰਹੀ ਹੈ ਜਿਨ੍ਹਾਂ ਨੂੰ ਲੋੜ ਹੈ ਜਾਂ ਨਹੀਂ ਹੈ, ਪਹਿਲੀ ਚੀਜ਼। ਦੂਸਰੀ ਚੀਜ਼ ਇਹ ਹੈਗੀ ਹੈ ਕਿਆ ਇਹਨਾਂ ਸਕੀਮਾਂ ਦੀ ਲੋੜ ਹੈ ਵੀ ਜਾਂ ਨਹੀਂ, ਜਾਂ ਅਸੀਂ ਉਹਨਾਂ ਦੀ ਕੈਪੈਸਿਟੀ ਬਿਲਡਿੰਗ ਕਰੀਏ। ਇੱਕ ਹੁੰਦਾ ਹੈ ਕਿ ਕਿਸੇ ਨੂੰ ਬੈਠ ਕੇ ਤੁਸੀਂ ਖਿਲਾਈ ਚੱਲੋ, ਉਹਨੂੰ ਕਹਿੰਦੇ ਡੈਡ ਇਨਵੈਸਟਮੈਂਟ। ਜੀ ਇਨਫੈਕਟ ਇਹ ਜਿਹੜੀਆਂ ਰੇਵੜੀਆਂ ਨੇ, ਜਿਹੜਾ ਤੁਸੀਂ ਸਾਰਾ ਕੁਝ ਕਿਹਾ ਹੈ, ਕਿਸੇ ਨੂੰ ਲੈਪਟਾਪ ਦੇਣਾ ਹੈ, ਕਿਸੇ ਨੂੰ ਕੁਝ ਦੇਣਾ, ਅਗਰ ਉਹ ਕੋਈ ਪ੍ਰੋਡਕਟਿਵ ਨਹੀਂ ਹੈ, ਉਹਦੇ ਵਿੱਚੋਂ ਕੋਈ ਚੀਜ਼ ਨਹੀਂ ਨਿਕਲਦੀ ਤਾਂ ਉਹ ਡੈਡ ਇਨਵੈਸਟਮੈਂਟ ਹੈ, ਉਹ ਸਟੇਟ ਦੀ ਇਨਵੈਸਟਮੈਂਟ ਹੈ। ਤੁਹਾਨੂੰ ਦੋ ਸਕੀਮਾਂ ਵੱਲ ਮੈਂ ਧਿਆਨ ਦਿਲਵਾਵਾਂਗਾ ਜਿਹੜੀਆਂ ਕਿ ਯੂਪੀਏ ਦੇ ਟਾਈਮ ਤੇ ਸ਼ੁਰੂ ਹੋਈਆਂ। ਇੱਕ ਤਾਂ ਸੀਗੀ ਬੱਚਿਆਂ ਨੂੰ ਖਾਣਾ ਖਿਲਾਉਣ ਦੀ ਸਕੀਮ, ਜਿਹੜੀ ਸੀਗੀ ਸਕੂਲਾਂ ਦੇ ਬੱਚਿਆਂ ਦੇ ਵਿੱਚ ਮਿਡ ਡੇ ਮੀਲ ਜਿਹਨੂੰ ਆਪਾਂ ਕਹਿੰਦੇ ਹਾਂ। ਮਿਡ ਡੇ ਮੀਲ ਦਾ ਇੱਕ ਪਰਪਸ ਸੀਗਾ ਕਿ ਬੱਚਾ ਜਿਹੜਾ ਹੈਗਾ ਉਹ ਸਿਰਫ ਇਸ ਕਰਕੇ ਆ ਜਾਵੇ ਸਕੂਲ ਦੇ ਵਿੱਚ ਕਿ ਚੱਲ ਰੋਟੀ ਖਾਇਆਵਾਂਗੇ, ਉਹਦੇ ਨਾਲ ਪੜ੍ਹ ਲੂਗਾ। ਔਰ ਉਹਦੇ ਨਾਲ ਕੀ ਹੈਗਾ ਕਿ ਜਿਹੜੀ ਡ੍ਰੌਪ ਆਊਟ ਰੇਟ ਸੀਗਾ ਉਹ ਥੋੜਾ ਜਿਹਾ ਘਟਿਆ ਵੀ। ਉਹ ਸਕੀਮ ਜਿਹੜੀ ਹੈਗੀ ਹੈ ਉਹਨੂੰ ਆਪਾਂ ਰੇਵੜੀ ਨਹੀਂ ਕਹਿ ਸਕਦੇ, ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਵੈਲਫੇਅਰ ਸਕੀਮ ਹੈ। ਫਿਰ ਮਨਰੇਗਾ ਦੀ ਸਕੀਮ ਆਈ। ਮਨਰੇਗਾ ਦੀ ਸਕੀਮ, ਇਹ ਦੋਨੇ ਸਕੀਮਾਂ ਜਿਹੜੀਆਂ ਇਹ ਬਹੁਤ ਲਾਰਜ ਸਕੇਲ ਤੇ ਏਡੇ ਵੱਡੇ ਕੰਟਰੀ ਦੇ ਵਿੱਚ ਆਈਆਂ। ਮਨਰੇਗਾ ਦੇ ਵਿੱਚ ਇਹ ਸੀਗਾ ਕਿ ਅਸੀਂ ਬਜਾਏ ਲੋਕਾਂ ਨੂੰ ਵੈਸੇ ਪੈਸੇ ਵੰਡਣ ਦੀ, ਆਪਾਂ ਉਹਨਾਂ ਤੋਂ ਕੰਮ ਕਰਵਾਵਾਂਗੇ, ਰੁਜ਼ਗਾਰ ਦਿੱਤਾ। ਉਹ ਰੂਰਲ ਵੀ ਜੇ ਅਸੀਂ 3 ਮਹੀਨੇ ਜਾਂ 2 ਮਹੀਨੇ ਅਸੀਂ ਤੁਹਾਨੂੰ 6 ਮਹੀਨੇ ਰੁਜ਼ਗਾਰ ਦੇਵਾਂਗੇ। ਉਹਦੇ ਨਾਲ ਇਹ ਸੀਗਾ ਕਿ ਲੋਕ ਕੰਮੀ ਵੀ ਲੱਗ ਗਏ ਔਰ ਬੇਸ਼ੱਕ ਉਹਦੇ ਵਿੱਚ ਕੁਝ ਪ੍ਰੋਬਲਮਸ ਵੀ ਆਈਆਂ। ਹੁਣ ਜਿਹੜਾ ਹੈਗਾ ਸਿੱਧਾ 2014 ਤੇ ਬਾਅਦ, ਤਾਂ ਜਿਸ ਵੇਲੇ ਆਪਾਂ ਨੇ ਇਹ ਕਿਹਾ ਕਿ ਹਰ ਇੱਕ ਦੇ ਖਾਤੇ 'ਚ 15 ਲੱਖ ਆ ਜਾਊਗਾ, ਜਾਂ ਤੁਸੀਂ ਇਹ ਕਹਿਣ ਲੱਗ ਗਏ ਕਿ ਜਿਸ ਵੇਲੇ ਇੰਨੇ ਲੱਖ ਕਰੋੜ ਰੁਪਇਆ ਜਿਹੜਾ ਹੈਗਾ ਵਿਦੇਸ਼ੀ ਬੈਂਕਾਂ ਦੇ ਵਿੱਚ ਬਲੈਕ ਮਨੀ ਹੈਗੀ ਹੈ ਉਹ ਵਾਪਸ ਆ ਜਾਏਗੀ। ਔਰ ਉਹਦੇ ਨਾਲ ਤੁਹਾਨੂੰ, ਹਾਲਾਂਕਿ ਕਿਸੇ ਕੋਲ ਕੋਈ ਕੈਲਕੂਲੇਸ਼ਨ ਨਹੀਂ ਸੀਗੀ, ਉਹਦੇ ਵਿੱਚ ਲੋਕਾਂ ਨੇ ਕਿਹਾ ਵੀ ਅੱਛਾ ਇੱਦਾਂ ਵੀ ਹੁੰਦਾ। ਜਦ ਉਹਨਾਂ ਨੇ ਕਿਹਾ ਵੀ ਇਹ ਤਾਂ ਜੁਮਲਾ ਬਣ ਗਿਆ, ਫਿਰ ਉਹਨਾਂ ਨੇ ਐਕਚੁਅਲ ਸ਼ੁਰੂ ਕੀਤਾ ਜਿਹੜਾ ਹੈਗਾ ਉਹਦਾ ਇਹ ਨਤੀਜਾ ਹੈ। ਤੁਸੀਂ ਯੂਪੀ ਦੇ ਵਿੱਚ ਦੇਖੋ, ਪਿਛਲੇ ਇਲੈਕਸ਼ਨ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਕੀ ਕੁਝ ਵੰਡਿਆ ਗਿਆ। ਸਬਸਿਡੀ ਦੇਣਾ ਇੱਕ ਚੀਜ਼ ਹੈ, ਲੇਕਿਨ ਇਹ ਕਹਿਣਾ ਵੀ ਹਰ ਇੱਕ ਦੇ ਖਾਤੇ 'ਚ ਅਸੀਂ ਜੀ 2-2 ਹਜ਼ਾਰ ਰੁਪਇਆ ਪਾ ਦਿਆਂਗੇ, 3-3, ਉਹਦੇ ਨਾਲ ਗਰੀਬੀ ਨਹੀਂ ਘਟਦੀ, ਉਹਦੇ ਨਾਲ ਕੋਈ ਸਕੀਮ ਨਹੀਂ ਆਉਂਦੀ ਅੱਗੇ, ਉਹਦੇ ਨਾਲ ਕਿਸੇ ਤਰੀਕੇ ਦੇ ਨਾਲ ਵੀ ਫਾਇਦਾ ਨਹੀਂ ਹੁੰਦਾ ਲੋਕਾਂ ਦਾ। ਟੈਂਪਰੇਰੀ ਐਡਹੌਕ ਮੈਜਰ ਹੈ ਲੇਕਿਨ ਸਟੇਟ ਐਕਸਚੇਕਰ ਦਾ, ਟੈਕਸ ਪੇਅਰ ਦਾ ਜਿਹੜਾ ਪੈਸਾ ਹੈਗਾ ਉਹ ਅਰਬਾਂ ਰੁਪਇਆ ਜਿਹੜਾ ਹੈਗਾ ਉਹ ਬਿਲਕੁਲ ਖੂਹ ਖਾਤੇ 'ਚ ਜਾ ਰਿਹਾ ਹੈ, ਕਿਉਂਕਿ ਉਹਦੀ ਕੋਈ ਪ੍ਰੋਡਕਟਿਵਿਟੀ ਨਹੀਂ ਹੈਗੀ। ਮੈਂ ਖਾਲਿਦ ਸਾਹਿਬ ਵਾਪਸ ਆਉਣ ਰਹੂੰਗਾ। ਹਮੀਰ ਭਾਜੀ, ਜਿਹੜੀ ਗੱਲ ਖਾਲਿਦ ਸਾਹਿਬ ਕਰ ਰਹੇ ਨੇ ਕਿ ਹਾਂ ਇਸ ਮਾਮਲੇ ਦੇ ਵਿੱਚ ਰਿਓੜੀਆਂ ਹੀ ਨੇ ਇਹ ਜਿਹੜੀਆਂ ਵੰਡ ਕੇ ਸਿਰਫ ਡੈਡ ਇਨਵੈਸਟਮੈਂਟ ਵੀ ਇੱਕ ਤਰ੍ਹਾਂ ਨਾਲ ਕਿ ਹਾਂ ਤਾਂ ਕਿ ਸਿਰਫ ਵੋਟਾਂ ਆ ਸਕਣ, ਪਰ ਹੁਣ ਜਿਹੜਾ ਇਹ ਸਰਕਾਰ ਨੇ ਟੀਚਾ ਰੱਖਿਆ ਕਿ ਅਗਲੇ ਸਾਲ ਤੱਕ ਦੇਣਾ, ਕਿ ਉਹਦੇ ਪਿੱਛੇ ਮਨਸ਼ਾ ਸਿਰਫ ਇਹੀ ਹੈ ਕਿ ਅਸੀਂ ਚੋਣਾਂ ਜਿੱਤ ਲਈਏ, 2024 ਲਈ ਮਾਹੌਲ ਤਿਆਰ ਕਰ ਲਈਏ। ਪਰ ਇਹ ਉਹ ਪਾਰਟੀ ਹੈ ਜਿਹੜੀ ਪਾਰਟੀ ਇੱਕ ਲਾਈਨ ਖਿੱਚ ਕੇ ਚੱਲਦੀ ਹੈ ਕਿ ਇੱਕ ਪਾਸੇ ਅਸੀਂ ਸਾਰੀਆਂ ਬਹੁ ਗਿਣਤੀ ਧਿਰਾਂ ਇਕੱਠੀਆਂ ਕਰ ਲਈਏ ਹਿੰਦੂ ਭਾਈਚਾਰੇ ਨੂੰ ਤੇ ਬਾਕੀ ਘੱਟ ਗਿਣਤੀਆਂ ਨੂੰ ਸਾਈਡ ਲਾਈਨ ਕਰ ਦਈਏ। ਪਰ ਉਹ ਸਾਈਡ ਲਾਈਨ ਕੀਤੀਆਂ ਘੱਟ ਗਿਣਤੀਆਂ ਨੂੰ ਕਿ ਗਰੀਬੀ ਕੋਟੇ ਚੋਂ ਅਨਾਜ ਦੇ ਕੇ ਵੋਟਾਂ ਹਥਿਆਉਣ ਦੀ ਉਧਰੋਂ ਵੀ ਕਵਾਇਦ ਹੈ, ਜਾਂ ਇਹਦੇ ਪਿੱਛੇ ਸਿਰਫ ਮਤਲਬ ਕਿ ਮਨਸ਼ਾ ਕਿਸੇ ਲੋੜਵੰਦਾਂ ਦੀ ਸਹਾਇਤਾ? ਨਹੀਂ, ਸਵਾਲ ਇਹ ਹੁੰਦਾ ਹੈ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕੋਈ ਭੁੱਖਾ ਨਾ ਰਹੇ, ਉਹਦੇ ਤੱਕ ਅਨਾਜ ਪਹੁੰਚਾਉਣਾ, ਜਾਨ ਮਾਲ ਦੀ ਰਾਖੀ ਕਰਨਾ, ਇਹ ਸਾਰੀਆਂ ਜ਼ਿੰਮੇਵਾਰੀਆਂ ਨੇ। ਖਾਸ ਤੌਰ ਤੇ ਵੈਲਫੇਅਰ ਸਟੇਟ 'ਚ ਸਰਕਾਰ ਦੀ ਜ਼ਿੰਮੇਵਾਰੀ ਮੰਨੀ ਜਾਂਦੀ ਹੈ। ਪਰ ਕੁਐਸਚਨ ਇਹ ਹੈ ਕਿ ਤੁਸੀਂ ਇੱਕ ਡਿਸਾਈਡ ਕਰਦੇ ਹੋ ਕਿ ਇੱਕ ਹਿਸਟੋਰੀਕਲ ਪਰਸਪੈਕਟਿਵ ਤੋਂ ਵੀ ਉਹਨੂੰ ਦੇਖਦੇ ਹੋ ਕਿ ਕਦੋਂ ਤੋਂ ਲੈ ਕੇ ਕਿੰਨੇ ਬੰਦੇ ਆਪ ਰੋਜੀ ਰੋਟੀ ਕਮਾ ਕੇ ਆਪਣਾ ਢਿੱਡ ਵੀ ਨਹੀਂ ਭਰ ਪਾ ਰਹੇ। ਹੁਣ ਆਜ਼ਾਦੀ ਦਾ 75ਵਾਂ ਕੀ ਕਹਿੰਦੇ ਨੇ ਇਹਨੂੰ, ਮਹਾ ਅੰਮ੍ਰਿਤ ਕਾਲ ਜਾਂ ਪਤਾ ਨਹੀਂ ਕੀ ਅਸੀਂ ਕਹਿ ਰਹੇ ਹਾਂ, 75 ਸਾਲਾਂ ਦੇ ਵਿੱਚ ਕਿੰਨੇ ਲੋਕ ਨੇ 81 ਕਰੋੜ 81 ਕਰੋੜ ਦਾ ਮਤਲਬ ਕੀ ਹੈ? 138 ਕਰੋੜ ਆਪਾਂ ਵੈਸੇ ਕਹਿੰਦੇ ਹਾਂ ਨਾ ਜਿਹੜੀਆਂ ਚੀਜ਼ਾਂ ਨੇ, ਤੇ ਅਸੀਂ
ਉਹਨਾਂ ਨੂੰ 70% ਲੋਕਾਂ ਨੂੰ ਅਜੇ ਤੱਕ ਇਸ ਕਾਬਲ ਨਹੀਂ ਬਣਾਇਆ, ਸਾਰਾ ਕੁਝ ਰਲ ਕੇ ਜ਼ੋਰ ਲਾ ਕੇ ਦਾਅਵੇ ਪ੍ਰਤੀ ਦਾਅਵਿਆਂ ਦੇ ਬਾਵਜੂਦ ਕਿ ਉਹ ਰੋਜੀ ਰੋਟੀ ਜੋਗੇ ਹੋ ਜਾਣ। ਨੰਬਰ 1। ਨੰਬਰ 2, ਹੁਣ ਪਿੱਛੇ ਚਲੋ ਕੋਰੋਨਾ ਕਰਕੇ ਇੱਕ ਇਹਨਾਂ ਨੇ ਸ਼ੁਰੂ ਕਰਤੀ ਸੀਗੇ, ਪਰ ਹਾਲਾਂਕਿ ਪਹਿਲਾਂ ਹੀ 2013 ਦਾ ਐਕਟ ਬਣਿਆ ਹੋਇਆ ਜੀ, ਜਿਹੜਾ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਸੀਗਾ ਨਾ, ਉਹਦੇ ਤਹਿਤ ਦੇਣੀ ਸੀ ਇਹ। ਪਰ ਕਿਉਂਕਿ ਇਹ ਦਿਖਾਉਣਾ ਕਿ ਉਹ ਤਾਂ ਦੂਜੇ ਬਣਾ ਗਏ ਸੀ, ਮੈਂ ਨਵੇਂ ਬਣਾਉਣਾ, ਉਹਦੇ ਚ ਇਹ ਸੀਗਾ ਕਿ 3 ਰੁਪਏ ਕਿਲੋ ਚਾਵਲ, 2 ਰੁਪਏ ਕਿਲੋ ਕਣਕ, ਇਹ ਮਤਲਬ ਦੇਣੇ ਸੀ ਘੱਟ ਰੇਟ ਦੇ ਉੱਤੇ ਕਿ ਤੁਹਾਨੂੰ ਇੰਨੇ ਦੇਾਂਗੇ। ਇਹਨਾਂ ਨੇ ਕਰਤਾ ਆਪਾਂ ਜਮਾ ਮੁਫਤ ਦੇਾਂਗੇ ਜੀ। ਨਵੀਂ ਸਕੀਮ ਬਣਾਤੀ ਪ੍ਰਧਾਨ ਮੰਤਰੀ ਰਾਹਤ ਯੋਜਨਾ, ਜਿਹੜੀ ਹੈ ਕਲਿਆਣ ਅੰਨ ਯੋਜਨਾ, ਤੇ ਉਹਦੇ ਵਿੱਚ ਹੁਣ ਤੱਕ ਦਿੰਦੇ ਰਹੇ। ਹੁਣ 2 ਦਿਨ ਪਹਿਲਾਂ ਕੇਂਦਰੀ ਕੈਬਨਿਟ ਨੇ ਇਹ ਫੈਸਲਾ ਕਰਤਾ ਵੀ ਇਹ ਯੋਜਨਾ ਤਾਂ ਹੁਣ ਅੱਗੇ ਨਹੀਂ ਵਧੂਗੀ, ਐਤਕੀ 31 ਦਸੰਬਰ ਤੱਕ ਹੈ। ਪਰ ਨਾਲ ਦੀ ਨਾਲ ਫਿਰ ਇਹਦਾ ਮਤਲਬ ਕੀ ਤੁਸੀਂ ਇਹ ਫੈਸਲਾ ਕਰ ਲਿਆ ਕਿ ਹੁਣ ਉਹ 81 ਕਰੋੜ ਆਪਣਾ ਢਿੱਡ ਆਪ ਭਰ ਸਕਦੇ ਨੇ, ਤੁਹਾਨੂੰ ਪਤਾ ਲੱਗ ਗਿਆ। ਫਿਰ ਕਿਸੇ ਨੇ ਇਹ ਕਿਹਾ ਹੋਣਾ ਵੀ ਨਹੀਂ ਹੁਣ ਤਾਂ ਇਤਕੀ ਤਾਂ ਚੋਣਾਂ ਹੀ ਬਹੁਤ ਨੇ ਜੀ, 116 ਪਾਰਲੀਮੈਂਟ ਹਲਕਿਆਂ ਦੇ ਦਾਇਰੇ ਦੇ ਵਿੱਚ ਆਉਂਦੇ 9 ਸੂਬਿਆਂ ਦੀਆਂ ਵਿਧਾਨ ਸਭਾਵਾਂ ਚੋਣਾਂ ਨੇ ਜੀ, 116 ਫਰਵਰੀ ਦੇ ਵਿੱਚ ਨੇ 3 ਤਾਂ, ਅੱਛਾ ਜੀ, ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ, ਤੇ ਮਈ ਦੇ ਵਿੱਚ ਹੈ ਕਰਨਾਟਕਾ, ਜਿੱਥੇ ਬੀਜੇਪੀ ਦਾ ਸੰਕਟ ਜਾਂ ਵੱਧ ਹੀ ਰਿਹਾ, ਚਾਹੇ ਉਹਨਾਂ ਦੀ ਸਰਕਾਰ ਹੈ। ਉਦੋਂ ਬਾਅਦ 5 ਰਾਜਾਂ ਦੀਆਂ ਚੋਣਾਂ ਨੇ ਨਵੰਬਰ ਦਸੰਬਰ ਦੇ ਵਿੱਚ ਜਾ ਕੇ, ਮੱਧ ਪ੍ਰਦੇਸ਼, ਜਿਹਦੇ ਚ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਅਸਾਮ ਤੇ ਮਿਜ਼ੋਰਮ, ਤੇ ਨਾਲ ਦੀ ਨਾਲ ਦਸੰਬਰ ਦੇ ਵਿੱਚ ਤੇਲੰਗਾਨਾ ਹੈ, ਜਿਹੜੀਆਂ ਸਟੇਟਾਂ ਮਹੱਤਵਪੂਰਨ ਮਤਲਬ ਉਸ ਲੈਵਲ ਦੇ ਉੱਤੇ ਨੇ। ਔਰ ਉਹਨਾਂ ਸਟੇਟਾਂ ਦੇ ਵਿੱਚ ਉਦੋਂ ਬਾਅਦ 24 ਆ ਹੀ ਜਾਣਾ, ਜਿਹੜਾ ਇਹਨਾਂ ਨੇ ਫਿਰ ਕੀ ਕਰਤਾ ਵੀ ਐਤਕੀ ਅਸੀਂ 1 ਸਾਲ ਹੋਰ ਉਹ ਦੇਾਂਗੇ ਮੁਫਤ, ਪਰ ਦੇਾਂਗੇ ਉਹ ਨੈਸ਼ਨਲ ਸਿਕਿਉਰਿਟੀ ਫੂਡ ਸਿਕਿਉਰਿਟੀ ਐਕਟ ਦੇ, ਉਹ ਯੋਜਨਾ ਤਹਿਤ ਹੁਣ ਨਹੀਂ ਦਿੰਦੇ, ਹੁਣ ਉਹ ਯੋਜਨਾ ਬੰਦ, ਪਰ ਦੇਣਾ ਉਹੀ ਹੈ, ਪਰ ਉਹਦੇ ਚ 3 ਰੁਪਏ ਵੀ ਨਹੀਂ ਲਾਵਾਂਗੇ। ਇਹਦਾ ਮਤਲਬ ਉਹ ਐਕਟ ਨੂੰ ਤੁਸੀਂ ਅਮੈਂਡ ਕਰੋਗੇ ਜਾਂ ਕੀ ਕਰੋਗੇ? ਇੱਕ ਤਾਂ ਨਵਾਂ ਪੰਗਾ ਵੈਸੇ ਹੀ ਤੁਸੀਂ ਪਾ ਰਹੇ ਹੋ। ਦੂਸਰਾ ਕੁਐਸਚਨ ਇਹ ਪੈਦਾ ਕਰ ਰਹੇ ਹੋ ਕਿ ਕੀ 1 ਸਾਲ ਦੇਣ ਤੋਂ ਬਾਅਦ ਫਿਰ ਉਹ ਲੋਕ ਕੀ ਖਾਣਗੇ? ਕੀ ਇਹ ਯੋਜਨਾ ਚੱਲੂਗੀ? ਕੀ ਉਹ 3 ਰੁਪਏ 2 ਰੁਪਏ ਦੇਣ ਜੋਗੇ ਹੋ ਜਾਣਗੇ ਜਾਂ ਨਹੀਂ? ਤੁਸੀਂ ਰੁਜ਼ਗਾਰ ਤਾਂ ਪਹਿਲਾਂ ਹੀ ਨਹੀਂ ਹੈ, ਰੁਜ਼ਗਾਰ ਤਾਂ ਬੇਰੁਜ਼ਗਾਰੀ ਵੱਧ ਰਹੀ ਹੈ, ਸਭ ਨੂੰ ਪਤਾ ਪਹਿਲਾਂ ਨਾਲੋਂ। ਆਰਥਿਕ ਖਰੇਵਾਂ ਵੀ ਜਿਹੜਾ ਪਾੜ ਹੈ ਉਹ ਪਹਿਲਾਂ ਨਾਲੋਂ ਵੱਧ ਰਿਹਾ ਹੈ। ਇਸ ਗੱਲ ਦੇ ਵਿੱਚੋਂ ਇਹ ਨਜ਼ਰ ਆਉਂਦਾ ਹੈ ਕਿ ਇਹਦਾ ਮਤਲਬ ਤੁਹਾਡਾ ਪ੍ਰਾਈਮ ਏਮ ਜਿਹੜਾ ਹੈ, ਤਰਜੀਹੀ ਜਿਹੜਾ ਤਾਂ ਆਧਾਰ ਹੈ, ਉਹ ਵੋਟਾਂ ਨੇ, ਬਾਕੀ ਸੈਕੰਡਰੀ ਹੈ। ਮਤਲਬ ਬਾਕੀ ਬੰਦੇ ਨੂੰ ਤੁਸੀਂ ਕੀ ਦੇਣਾ ਕੀ ਨਹੀਂ ਦੇਣਾ ਇਹ ਸੈਕੰਡਰੀ ਚੀਜ਼ ਹੈ। ਉਦੋਂ ਬਾਅਦ ਲੋਕਾਂ ਦਾ ਕੀ ਬਣਨਾ ਫਿਰ ਦੇਖਿਆ ਜਾਊਗਾ। ਤੇ ਜਿਹੜਾ ਟਰਮ ਕਦੇ ਵੀ ਇਹੋ ਜਿਹਾ ਯੋਜਨਾ ਨਾ ਐ ਨਹੀਂ ਚੱਲਦੇ, ਉਹਦੇ 1 ਸਾਲ 2 ਮਹੀਨੇ 6 ਮਹੀਨੇ ਕੋਈ ਇੱਕ ਟਾਰਗੇਟ ਹੁੰਦਾ ਵੀ ਆਹ 10 ਸਾਲਾਂ ਚ ਅਸੀਂ ਆਹ ਕਰ ਲਾਂਗੇ, ਫਿਰ ਉਹਦਾ ਰਿਵਿਊ ਕਰਦੇ ਹੋ, ਫਿਰ ਉਹਦੇ ਚ ਤੁਸੀਂ ਘਟਾਓ ਵਧਾਓ ਕਰਦੇ ਹੋ ਕੁਛ ਨਾ ਕੁਛ। ਤੇ 81 ਕਰੋੜ 2020 ਚ ਵੀ ਸੀ ਤੇ 81 ਕਰੋੜ ਹੁਣ ਵੀ ਹੈ, ਅੱਜ ਵੀ ਹੈ, 22 ਦੇ ਵਿੱਚ ਵੀ ਹੈ, ਤੁਸੀਂ ਕੋਈ ਫਰਕ ਹੀ ਨਹੀਂ ਪਾਇਆ। ਤੁਹਾਡੀਆਂ ਬਾਕੀ ਯੋਜਨਾਵਾਂ ਕਿੱਧਰ ਗਈਆਂ ਫਿਰ ਜਿਹੜੀਆਂ ਕਹਿੰਦੇ ਅਸੀਂ ਉਹਨੂੰ ਸਪੋਰਟ ਕਰ ਰਹੇ ਹਾਂ? ਇਹ ਬਹੁਤ ਵੱਡੇ ਸਵਾਲ ਨੇ, ਜਿਹੜੇ ਸਵਾਲਾਂ ਨੂੰ ਅਜੇ ਤੱਕ ਅਸੀਂ ਸਵਾਲ ਪੁੱਛਣੇ ਵੀ ਬੰਦ ਹੋ ਗਏ, ਐਡਰੈਸ ਵੀ ਨਹੀਂ ਕਰ ਰਹੇ। ਨਹੀਂ, ਇਹਦੇ ਵਿੱਚ ਜਿਹੜੀਆਂ ਇੱਕ ਹੋਰ ਜਿਹੜੀ ਇਹਦੀ ਡਾਇਮੈਂਸ਼ਨ ਇਹ ਹੈਗੀ ਹੈ ਕਿ ਕੁਝ ਸਕੀਮਾਂ ਤਾਂ ਐਸੀਆਂ ਜਿਹੜੀਆਂ ਕਿ ਮੁਫਤ ਖੋਰੀ ਪੈਦਾ ਕਰ ਰਹੀਆਂ ਨੇ ਸੈਂਟਰ ਦੀਆਂ, ਉਸ ਤੋਂ ਬਾਅਦ ਬਦੋ-ਬਦੀ ਸਟੇਟਾਂ ਵੀ ਲੱਗੀਆਂ ਜੀ। ਯਾਨੀ ਸਟੇਟਾਂ ਨੇ ਕਹਿਤਾ ਜੀ ਕਿ ਦੇਖੋ ਤੁਹਾਨੂੰ ਬਿਜਲੀ ਮਾਫ ਹੈ ਜੀ, ਚਾਹੇ ਮੈਂ ਦੇ ਸਕਦਾ ਬਿੱਲ, ਚਾਹੇ ਨਹੀਂ ਦੇ ਸਕਦਾ, ਮਾਫ ਹੈ ਬਿੱਲ। ਉਸ ਤੋਂ ਬਾਅਦ ਕਿਹਾ ਜੀ ਕਿ ਲੇਡੀਜ਼ ਵਾਸਤੇ, ਸਾਰਿਆਂ ਵਾਸਤੇ ਬੱਸਾਂ ਦੇ ਵਿੱਚ ਮਾਫ ਹੈ ਜੀ, ਬੱਚਿਆਂ ਵਾਸਤੇ ਮਾਫ ਹੈ ਜੀ। ਲੇਕਿਨ ਉਹਦੀ ਭਰਪਾਈ ਕੋਈ ਨਹੀਂ ਕਰ ਰਿਹਾ। ਉਹਦੇ ਨਾਲ ਜਿਹੜੀਆਂ ਫॉर ਐਗਜ਼ਾਮਪਲ ਟਰਾਂਸਪੋਰਟ ਕਾਰਪੋਰੇਸ਼ਨਸ ਹੈ ਜਾਂ PSPCL ਹੈ, ਪੰਜਾਬ ਦੀ ਮੈਂ ਗੱਲ ਕਰ ਰਿਹਾ, ਉਹ ਇੰਨੀਆਂ ਘਾਟੇ ਜਾ ਰਹੀਆਂ, ਇੰਨੀਆਂ ਨਿੱਘਰ ਰਹੀਆਂ, ਕਿਉਂਕਿ ਬਿਜਲੀ ਕਿਤੋਂ ਕਿਤੋਂ ਤਾਂ ਖਰੀਦਣੀ ਹੈ ਨਾ, ਉਹ ਖਰੀਦਣੀ, ਉਹਨਾਂ ਨੂੰ ਪੈਸੇ ਵੀ ਦੇਣੇ ਆ। ਉਹ ਪੈਸੇ ਜਿਹੜੀ ਤੁਸੀਂ ਸਬਸਿਡਾਈਜ਼ ਕਰਦੇ ਹੋ, ਸਬਸਿਡਾਈਜ਼ ਦੇ ਨਹੀਂ ਰਹੇ। ਇੱਕ ਤਾਂ ਇਹ ਹੈ, ਉਹਦਾ ਇੱਕ ਹੋਰ ਕੈਸਕੇਡਿੰਗ ਇਫੈਕਟ ਪੈ ਰਿਹਾ ਕਿ ਤੁਸੀਂ ਦੇਖੋ ਵੀ ਅੱਜ ਤੋਂ 5 ਸਾਲ ਪਹਿਲਾਂ ਸੈਂਟਰ ਗਵਰਨਮੈਂਟ ਦੇ ਵਿੱਚ ਵਿਦੇਸ਼ੀ ਕਰਜ਼ਾ ਕਿੰਨਾ ਸੀਗਾ ਜੀ, ਸਟੇਟਾਂ ਦੇ ਉੱਪਰ ਵਿਦੇਸ਼ੀ ਜਿਹੜਾ ਕਰਜ਼ਾ ਸੀਗਾ ਉਹ ਕਿੰਨਾ ਹੈ? 5 ਸਾਲ ਪਹਿਲਾਂ ਦਾ ਤੁਸੀਂ ਅੰਕੜੇ ਲੈ ਲਓ, ਤਕਰੀਬਨ ਦੁੱਗਣਾ ਹੋ ਗਿਆ। ਯਾਨੀ ਜਿਹੜਾ ਆਮ ਨਾਗਰਿਕ ਹੈ ਉਹ ਸੈਂਟਰ ਤੇ ਸਟੇਟ ਦੀਆਂ ਸਰਕਾਰਾਂ ਦੀ ਜਿਹੜੀਆਂ ਮੁਫਤ ਸਕੀਮਾਂ ਹੈਗੀਆਂ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਜਿਹੜਾ ਟੈਕਸ ਦੇ ਰਿਹਾ ਬੰਦਾ, ਉਹਦੇ ਨਾਲ ਧੋਖਾ ਹੋ ਰਿਹਾ, ਉਹਦੇ ਨਾਲ ਧੋਖਾ ਕਰ ਰਿਹਾ। ਯਾਨੀ ਇੱਕ ਕਲਾਸ ਐਸੀ ਹੈ ਜਿਹੜੀ ਕਿ ਉਹ ਕਹਿੰਦਾ ਤੂੰ ਤੈਨੂੰ ਤਾਂ ਮੈਂ ਨੱਪੀ ਰੱਖਣਾ, ਖਾਸ ਤੌਰ 'ਤੇ ਜਿਵੇਂ ਸਰਵਿਸ ਕਲਾਸ ਹੈ ਕਿ ਤੁਹਾਨੂੰ ਤਾਂ ਟੈਕਸ ਦੇਣਾ ਹੀ ਦੇਣਾ, ਲੇਕਿਨ ਅਸੀਂ ਖਰਚ ਕਿੱਥੇ ਕਰਨਾ ਉਹਦੇ ਵਿੱਚ ਤੁਹਾਨੂੰ ਨਹੀਂ ਅਸੀਂ ਪੁੱਛਣਾ, ਉਹ ਅਸੀਂ ਆਪ ਆਪਣੀ ਪੋਲੀਟੀਕਲ ਸੁਵਿਧਾ ਦੇ ਮੁਤਾਬਕ ਕਰਨਾ। ਇਸ ਕਰਕੇ ਇੱਕ ਤਾਂ ਉਹਦੇ ਨਾਲ ਕੀ ਹੋ ਰਿਹਾ,
ਤੁਸੀਂ ਦੇਖੋ ਵੀ ਜਿਹੜਾ ਫਾਈਨੈਂਸ਼ੀਅਲ ਡੈਫਿਸਿਟ ਹੈ, ਅਗਰ ਤੁਸੀਂ ਬਜਟ ਦੇਖੋ ਪਿਛਲੇ ਸਾਲ ਦਾ, ਐਤਕੀ ਵੀ ਤੁਸੀਂ ਦੇਖ ਲਿਓ, ਜਿਹੜਾ ਫਾਈਨੈਂਸ਼ੀਅਲ ਡੈਫਿਸਿਟ ਉਹ ਵੱਧਦਾ ਜਾ ਰਿਹਾ ਬਿਲਕੁਲ। ਪਰ ਪ੍ਰਤੀ ਵਿਅਕਤੀ ਤੁਸੀਂ ਉਹਦਾ ਅੰਦਾਜ਼ਾ ਲਾ ਕੇ ਤੁਸੀਂ ਦੇਖ ਲਿਓ ਕਿ ਆਪਾਂ ਐਜ਼ ਅ ਸ਼ਹਿਰੀ ਕੇਂਦਰ ਤੇ ਰਾਜਾਂ ਦੀਆਂ ਇਹਨਾਂ ਸਕੀਮਾਂ ਦੇ ਅੰਡਰ ਜਿਹੜੇ ਹੈਗੇ ਆ ਉਹ ਕਰਜ਼ੇ ਥੱਲੇ ਦਬ ਰਹੇ ਆ, ਵਿਅਕਤੀਗਤ ਰੂਪ ਦੇ ਵਿੱਚ ਵੀ, ਸਮੂਹਿਕ ਰੂਪ ਦੇ ਵਿੱਚ ਵੀ। ਔਰ ਉਹਦਾ ਪ੍ਰਭਾਵ ਇਹ ਪੈ ਰਿਹਾ ਹੈਗਾ ਕਿ ਸਾਡੀ ਜਿਹੜੀ ਇਕਨੋਮੀ ਹੈ ਉਹ ਫਰਦਰ ਕੁਝ ਵੀ ਅੱਗੇ ਡਿਵੈਲਪ ਜਾਂ ਜਨਰੇਟ ਕਰਨ ਵਾਸਤੇ ਅਸਮਰਥ ਹੋ ਰਹੀ ਹੈ ਦਿਨ ਪ੍ਰਤੀ ਦਿਨ। ਮੈਨੂੰ ਬੈਠੇ ਨੂੰ ਘਰੇ ਜੇ ਬਿਜਲੀ ਵੀ ਮੁਫਤ ਮਿਲ ਰਹੀ ਹੈ, ਮੈਨੂੰ ਚਲ ਦਾਣੇ ਵੀ ਆ ਜਾਂਦੇ ਆ ਘਰੇ ਰੋਟੀ ਵਾਸਤੇ, ਮੈਂ ਉਹ ਛੱਡ ਯਾਰ ਕੰਮ ਕੀ ਕਰਨਾ। ਇਹਦੀ ਵਜ੍ਹਾ ਕਰਕੇ ਆਪਾਂ ਦੇਖ ਰਹੇ ਹਾਂ ਕਿ ਜਿਹੜੀਆਂ ਇਹ ਸਕੀਮਾਂ ਹੈਗੀਆਂ, ਇਹ ਸਕੀਮਾਂ ਸਟੇਟ ਜਾਂ ਸੈਂਟਰ ਦੀ ਜਾਂ ਕੰਟਰੀ ਦੀ ਇਕਨੋਮੀ ਵਾਸਤੇ ਇੰਨੀਆਂ ਲਾਹੇਵੰਦ ਨਹੀਂ ਹਨ। ਇਹਨੂੰ ਦੁਬਾਰਾ ਤੇ ਮੁੜ ਵਿਚਾਰਨ ਕਰਨਾ ਚਾਹੀਦਾ। ਇਹਦਾ ਪੋਲੀਟੀਕਲ ਲਾਹਾ ਲੈਣ ਦੀ ਬਜਾਏ ਇਹਦੀ ਆਰਥਿਕ ਜਿਹੜੀਆਂ ਇਹਦੀਆਂ ਇੰਪਲੀਕੇਸ਼ਨਸ ਆ ਉਹ ਸੋਚਣੀਆਂ ਚਾਹੀਦੀਆਂ। ਖਾਲਿਦ ਸਾਹਿਬ, ਮੈਂ ਇਹ ਤੋਂ ਪਹਿਲਾਂ ਹਮੀਰ ਭਾਜੀ ਕੋਲ ਮੈਂ ਉਹੀ ਸਵਾਲ ਮੈਂ ਭਾਜੀ ਨੂੰ ਵੀ ਕੀਤਾ ਸੀ, ਮੈਂ ਦੁਬਾਰਾ ਵੀ ਆਊਂਗਾ ਕਿ ਕੀ ਇਹ ਧਾਰਮਿਕ ਏਜੰਡਾ ਵੀ ਇਹਦੇ ਪਿੱਛੇ ਲੁਕਿਆ ਨਜ਼ਰ ਆਉਂਦਾ ਕਿ ਇੱਕ ਪਾਸੇ ਘੱਟ ਗਿਣਤੀ ਭਾਈਚਾਰਾ, ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਜਿਵੇਂ ਵੰਡ ਪਾ ਕੇ ਚੱਲਦੇ ਨੇ, ਤੇ ਹੁਣ ਇਹ ਸਕੀਮ ਦੇ ਰਾਹੀਂ ਉਹਨਾਂ ਦੀ ਵੋਟ ਵੀ ਹਥਿਆਉਣਾ ਚਾਹੁੰਦੇ ਨੇ, ਕਿ ਇਹ ਵੀ ਮਨ ਚ ਆਏਗੀ? ਦੇਖੋ ਇਦਾਂ ਹੈਗਾ ਕਿ ਜਿੱਥੇ ਤੱਕ ਮੁਸਲਿਮ ਭਾਈਚਾਰੇ ਦੀ ਗੱਲ ਹੈਗੀ ਹੈ, ਬੀਜੇਪੀ ਨੇ 2013 ਤੋਂ ਜਿਹੜਾ ਇਲੈਕਸ਼ਨ ਦਾ ਆਪਣਾ ਵਿਉਂਤਬੰਦੀ ਕੀਤੀ ਸੀਗੀ, ਉਹਦੇ ਵਿੱਚ ਜਿਸ ਵੇਲੇ ਆਪਣੇ ਅਡਵਾਨੀ ਤੇ ਵਾਜਪਾਈ ਵਗੈਰਾ ਦੇ ਹੱਥ ਦੇ ਵਿੱਚ ਸੀਗੀ, ਉਸ ਵੇਲੇ ਉਹ ਮਾਈਨੋਰਟੀਜ਼ ਦੇ ਵੱਲ ਹੱਥ ਵਧਾਉਂਦੇ ਰਹਿੰਦੇ ਸੀਗੇ ਕਿ ਵੀ ਅਸੀਂ ਤੁਹਾਨੂੰ ਵੀ ਨਾਲ ਲੈ ਕੇ ਚੱਲਣਾ। ਲੇਕਿਨ 2013 ਦੇ ਉੱਪਰ ਜਿਹੜੀ ਮੋਦੀ ਅਮਿਤ ਸ਼ਾਹ ਇਹ ਜਿਹੜੀ ਨਵੀਂ ਜੋੜੀ ਆਈ ਆ, ਇਹਨਾਂ ਨੇ ਕਿਹਾ ਵੀ ਆਪਾਂ ਨੇ ਮੁਸਲਿਮ ਭਾਈਚਾਰੇ ਨੂੰ ਨਫੀ ਕਰਕੇ ਉਸ ਤੋਂ ਬਾਅਦ ਰਾਜਨੀਤੀ ਕਰਨੀ। ਇਹਦਾ ਮਤਲਬ ਹੈਗਾ ਵੀ ਭਾਈ ਤੁਸੀਂ ਸਾਨੂੰ ਵੋਟਾਂ ਦਵੋ ਚਾਹੇ ਨਾ ਦਵੋ, ਤੁਸੀਂ ਸਾਡੇ ਪਾਲੇ ਤੋਂ ਬਾਹਰ ਆ। ਤਾਂ ਇਹ ਹੈਗੀ ਹੈ। ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜਾ ਮੁਸਲਿਮ ਭਾਈਚਾਰਾ ਖਾਸ ਤੌਰ ਪਰ ਯੂਪੀ ਤੇ ਬਿਹਾਰ ਦੇ ਵਿੱਚ, ਜਿੱਥੇ ਕਿ ਗਰੀਬੀ ਬਹੁਤ ਜ਼ਿਆਦਾ ਹੈਗੀ ਹੈ, ਉੱਥੇ ਨੈਚੁਰਲੀ ਜਿਹੜਾ ਬੰਦਾ ਗਰੀਬ ਹੈ ਉਹਦੇ ਕੋਲ ਰੋਟੀ ਆ ਜਾਂਦੀ ਆ ਜਾਂ ਦਾਣੇ ਆ ਜਾਂਦੇ ਆ, ਉਹ ਕਹਿੰਦਾ ਠੀਕ ਹੈ ਜੀ, ਮੈਨੂੰ ਜਿਹੜਾ ਦਾਣੇ ਦੇ ਰਿਹਾ ਮੈਨੂੰ ਵੋਟਾਂ ਪਾ ਦਿਓ, ਮੈਨੇ ਕੀ ਲੈਣਾ। ਇਹ ਚੀਜ਼ ਵੀ ਹੋ ਰਹੀ ਹੈ, ਅਸਰ ਹੋ ਰਿਹਾ। ਅਮੀਰ ਭਾਜੀ, ਖਾਲਿਦ ਸਾਹਿਬ ਉਹਨਾਂ ਨੇ ਸੂਬਿਆਂ ਦੇ ਹਵਾਲੇ ਨਾਲ ਵੀ ਗੱਲ ਕੀਤੀ ਆ। ਆਪਾਂ ਚਾਹੇ ਯੂਪੀ ਬਿਹਾਰ ਦੀ ਗੱਲ ਕਰਦੀ, ਉੱਥੇ ਕੋਈ ਸਾਈਕਲ ਦੇਣ ਦੀ ਗੱਲ ਕਰਦਾ, ਸਕੂਟਰੀ ਦੇਣ ਦੀ ਗੱਲ ਕਰਦਾ। ਇਧਰ ਪੰਜਾਬ 'ਚ ਮੈਂ ਦੇਖਿਆ ਕਿ ਸਾਰੀਆਂ ਪਾਰਟੀਆਂ ਪਿਛਲੀ ਵਾਰ ਕੁੜੀਆਂ ਨੂੰ ਸਕੂਟਰੀ ਦੇਣ ਦੀ ਗੱਲ ਕਰਨ ਲੱਗੇ ਸੀ। ਨਵਜੋਤ ਸਿੱਧੂ ਦਾ ਕਹਿੰਦਾ ਸੀ ਤੇਲ ਵੀ ਮੈਂ ਪਵਾ ਕੇ ਦਊਂਗਾ, ਤੇ ਇੱਧਰ ਮਤਲਬ ਕਿ ਪਹਿਲਾਂ ਸਾਈਕਲ ਵੀ ਦਿੱਤੇ ਬਾਦਲਾਂ ਨੇ, ਤੇ ਹੁਣ ਫੇਰ ਉਹੀ ਜੀ ਮੁਫਤ ਬਿਜਲੀ ਵਾਲੀ ਸਕੀਮ, ਮੁਫਤ ਹੁਣ ਬੱਸ ਸਫ਼ਰ ਵਾਲੀ ਸਕੀਮ, ਤੇ ਹਲੇ 1000 ਰੁਪਈਆ ਬੀਬੀਆਂ ਦੇ ਖਾਤੇ 'ਚ ਆਉਣਾ। ਸੋ ਕੀ ਕੇਂਦਰ ਦੀਆਂ ਸਰਕਾਰਾਂ ਦੀ ਪਾਲਿਸੀ ਔਰ ਸੂਬਿਆਂ ਦੀ ਸਰਕਾਰਾਂ ਦੀ ਪਾਲਿਸੀ ਜਾਂ ਪੂਰੇ ਰਾਜਨੀਤਿਕ ਸਿਸਟਮ ਦੀ ਇਹ ਗੜਬੜਾ ਗਈ ਹੈ ਕਿ ਉਹ ਲੋਕ ਮੁੱਦਿਆਂ ਤੋਂ ਭਟਕ ਕੇ ਸਿਰਫ ਵੋਟਾਂ ਦੀ ਰਾਜਨੀਤੀ ਤੇ ਆ ਗਏ? ਨਹੀਂ, ਉਹ ਤਾਂ ਪ੍ਰੋਸੈਸ ਹੈ। ਸਾਰੇ ਕਿਤੇ ਇੱਕੋ ਹੀ ਟਾਈਪ ਦੀ ਪੋਲਿਟਿਕਸ ਹੋ ਰਹੀ ਹੈ। ਕੋਈ ਪੋਲਿਟਿਕਸ ਦਾ ਤਾਂ ਹੈ ਨਹੀਂ ਕਿ ਇੱਥੇ ਕੁਝ ਹੋ ਰਿਹਾ ਉੱਥੇ ਕੁਝ ਹੋ ਰਿਹਾ। ਇਹ ਅੰਤਰ ਨਿਰਭਰ ਨੇ ਚੀਜ਼ਾਂ। ਉਹੀ ਪਾਰਟੀਆਂ ਇੱਥੇ ਇਲੈਕਸ਼ਨ ਲੜਦੀਆਂ ਨੇ, ਸਟੇਟ 'ਚ ਉਹੀ ਪਾਰਟੀਆਂ ਕਿਤੇ ਲੜਦੀਆਂ ਨੇ। ਥੋੜਾ ਬਹੁਤ ਫਰਕ ਹੈ, ਉਹਨਾਂ 'ਚੋਂ ਆਏ ਬੰਦੇ ਇੱਧਰ ਨੇ, ਉਹਨਾਂ ਚੋਂ ਆਏ ਬੰਦੇ ਉੱਧਰ ਨੇ। ਇਸ ਲਈ ਇੱਕ ਦੌਰ ਦੇ ਤੱਕ ਤਾਂ ਚੱਲਦਾ ਰਿਹਾ ਕਿ ਵਿਚਾਰਧਾਰਾ ਦੇ ਬੇਸ ਤੇ ਪੋਲਿਟਿਕਸ ਹੁੰਦੀ ਹੈ ਕਿ ਮੇਰੀ ਆਹ ਵਿਚਾਰਧਾਰਾ ਹੈ। ਮੰਨ ਲਓ ਫਿਰਕੂ ਵਿਚਾਰਧਾਰਾ ਤੇ ਸੈਕੂਲਰਿਜ਼ਮ ਦੀ ਵਿਚਾਰਧਾਰਾ ਇਹ ਵੀ ਰਹੀ। ਇਸੇ ਤਰ੍ਹਾਂ ਪੂੰਜੀਵਾਦੀ ਵਿਚਾਰਧਾਰਾ ਤੇ ਸਮਾਜਵਾਦੀ ਵਿਚਾਰਧਾਰਾ ਇਸ ਲੈਵਲ ਦੀ ਵੀ ਕੋਈ ਗੱਲ ਹੋਈ ਵੀ ਚਲ ਆਪਾਂ ਐਂ ਕਰਦੇ ਆ। ਉਹਨਾਂ ਦਾ ਥੋੜਾ ਇਹ ਫਰਕ ਰਹਿੰਦਾ ਸੀ ਕਿ ਇਸ ਪਾਸੇ ਮੈਂ ਵੱਧ ਵੇਟ ਦੇਣਾ, ਇਸ ਪਾਸੇ ਘੱਟ ਦੇਣਾ। ਹੁਣ ਜਦੋਂ ਚੱਲਦੇ ਇਸ ਲੈਵਲ ਤੇ ਆ ਗਏ, ਡਿਵੈਲਪਮੈਂਟ ਦੇ ਓਵਰਆਲ ਮਾਡਲ ਤੇ ਕਿਸੇ ਦਾ ਕੋਈ ਬਖਰੇਵਾ ਨਹੀਂ ਹੈ ਨਾ, ਕਾਰਪੋਰੇਟ ਦੇ ਜਿਹੜਾ ਮੁਨਾਫੇ ਤੇ ਖੜਾ ਹੈ। ਇਹੀ ਕਾਰਨ ਹੈ ਕਿ ਕਰੋਨਾ ਆਇਆ। ਮੰਨ ਲਓ ਕਰੋਨਾ ਦੇ ਦੌਰ ਦੇ ਵਿੱਚ ਕੀ ਕੀਤਾ, ਬਹੁਤ ਜ਼ਿਆਦਾ ਲੋਕਾਂ ਨੇ ਲਾਸ਼ਾਂ ਵੀ ਦੇਖੀਆਂ ਜਾਂਦੀਆਂ, ਬਿਨਾਂ ਇਲਾਜ ਬੰਦੇ ਮਰਦੇ ਦੇਖੇ, ਬੜੀਆਂ ਚੀਜ਼ਾਂ ਦੇਖੀਆਂ। ਔਰ ਉਹਦੇ ਬਾਵਜੂਦ ਕੀ ਹੋਇਆ, ਹਾਲਾਤ ਇਹ ਹੋ ਗਏ ਕਿ ਇੱਕ ਤਾਂ ਸਾਡਾ ਬੰਦਾ ਜਿਹੜਾ ਦੁਨੀਆ ਦਾ ਦੂਜੇ ਨੰਬਰ ਦਾ ਅਮੀਰ ਬਣ ਗਿਆ ਅਡਾਨੀ ਦੇ ਤੌਰ ਤੇ, ਹੈ ਨਾ, ਜਿਹਨੂੰ ਦੇਖਦੇ ਨੇ ਸਾਰੇ ਕਿਤੇ ਅਰਬਪਤੀ ਸਾਡੇ ਦੇਸ਼ ਚੋਂ ਕਿੰਨੇ ਬਣ ਗਏ ਇਸ ਸਮੇਂ ਦੇ ਦੌਰਾਨ। ਪਰ ਦੂਜੇ ਪਾਸੇ ਜਿਨ੍ਹਾਂ ਦੇ ਕਾਰੋਬਾਰ ਚਲੇ ਗਏ, ਜਿਨ੍ਹਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਜਿਨ੍ਹਾਂ ਦੇ ਰੁਝੇਵੇਂ ਚਲੇ ਗਏ ਜ਼ਿੰਦਗੀ ਦੇ, ਤੇ ਉਹ ਕਿੱਥੇ ਗਏ? ਉਹਨਾਂ ਲਈ ਅਸੀਂ ਕਹਿ ਰਹੇ ਹਾਂ ਕਿ ਤੁਹਾਨੂੰ ਅਸੀਂ ਮੁਫਤ ਦਿਆਂਗੇ ਕਣਕ ਕੱਲੀ, ਸਾਡਾ ਉੱਥੇ ਤੱਕ ਹੈ। ਉਹਦਾ ਕਾਰੋਬਾਰ ਮੁੜ ਕੇ ਕਿਵੇਂ ਖੜਾ ਕੀਤਾ ਜਾਵੇ, ਉਹਦੀ ਨੌਕਰੀ ਮੁੜ ਕੇ ਕਿਵੇਂ ਬਹਾਲ ਹੋਵੇ, ਜੋ ਕਿੱਥੇ ਕਰਨ ਕੰਮ, ਉਧਰ ਨਹੀਂ ਹੈ। ਸਪੋਜ਼ ਕਰੋ ਸਾਡੇ ਸਾਹਮਣੇ ਹੈ ਮਨਰੇਗਾ ਦਾ ਸਵਾਲ ਹੈ। ਕਰੋਨਾ ਦੇ ਦੌਰ ਦੇ ਵਿੱਚ ਇਹਨਾਂ ਨੇ ਕੀਤਾ ਸੀ 73,000 ਕਰੋੜ ਰੁਪਏ ਪਹਿਲਾਂ ਸੀ, 40,000 ਕਰੋੜ ਰੁਪਏ ਹੋਰ ਜੋੜਤੇ ਸੀਗੇ ਕਿ ਅਸੀਂ ਦਿਆਂਗੇ। ਔਰ ਉਹ ਦਿੱਤੇ ਵੀ। ਜਿਹੜੇ ਲੋਕ ਸ਼ਹਿਰਾਂ ਚੋਂ ਪਿੰਡਾਂ 'ਚ ਨੂੰ ਮੁੜ ਗਏ ਸੀਗੇ ਕਿਉਂਕਿ ਰੋਟੀ ਨਹੀਂ ਸੀ ਮਿਲਦੀ, ਉਸ ਸਾਲ ਉਹ ਖਰਚ ਵੀ ਹੋਏ। ਤੇ ਜੇ ਉਹ ਖਰਚ ਹੋਏ ਨੇ
ਜੇ ਉਹ ਠੀਕ ਗੱਲ ਹੈ, ਕੰਮ ਕਰਕੇ ਲੋਕਾਂ ਨੇ ਉਹਨੇ ਕਿ ਪੈਸੇ ਲਏ, ਆਪਣੀ ਰੋਜੀ ਰੋਟੀ ਦਾ ਬੰਦੋਬਸਤ ਕੀਤਾ, ਤਾਂ ਅਗਲੇ ਹੀ ਸਾਲ ਉਹਦਾ ਬਜਟ ਕਿਉਂ ਘਟਾਤਾ ਫਿਰ? ਮੁੜ ਕੇ ਉਸੇ ਤਰੀਕੇ ਦਾ ਕਿਉਂ ਤੁਸੀਂ ਉਸੇ ਗੱਲ ਤੇ ਲੈ ਆਏ ਮੁੜ ਕੇ? ਔਰ ਉਦੋਂ ਬਾਅਦ ਮੁੜ ਕੇ 73,000 ਕਰੋੜ ਫੇਰ ਰੱਖ ਲਿਆ, ਖਰਚ ਫੇਰ ਅਗਲੇ ਸਾਲ 1,11,000 ਕਰੋੜ ਹੋਇਆ। ਮਤਲਬ ਨਵਾਂ ਇਧਰੋਂ ਉਧਰੋਂ ਕਰਕੇ ਕੱਢ ਕੇ ਪਾਇਆ ਤੇ ਮੁੜ ਕੇ 73,000 ਕਰੋੜ ਐਤਕੀ ਫੇਰ ਰੱਖ ਲਿਆ। ਤੁਸੀਂ ਮਤਲਬ ਮਾਨਸਿਕ ਤੌਰ ਤੇ ਤਿਆਰ ਨਹੀਂ ਹੋ ਕਿ ਲੋਕਾਂ ਨੂੰ ਕਿੱਤੇ ਵਾਲੇ ਪਾਸੇ ਲਾਇਆ ਜਾਵੇ, ਬਲਕਿ ਜੇ ਦੋਨੋਂ ਚੀਜ਼ਾਂ ਕਰ ਦਿੱਤੀਆਂ ਜਾਣ, ਇੱਕ ਕੇਂਦਰ ਦੀ ਹੋ ਜੇ। ਹੁਣ 100 ਦਿਨ ਕੰਮ ਦੀ ਤੁਸੀਂ ਗਾਰੰਟੀ ਕੀਤੀ ਹੈ, 100 ਵੀ ਨਹੀਂ ਮਿਲ ਰਿਹਾ, ਮਤਲਬ ਕਿਤੇ 31 ਦਿਨ ਕਿਤੇ 50 ਦਿਨ, ਉਹ 100 ਦਿਓ, ਉਹਨੂੰ 150 ਦਿਨ ਕਰ ਦਿਓ। ਸੁਪਰੀਮ ਕੋਰਟ 'ਚ ਬਹੁਤ ਪ੍ਰਸ਼ਾਂਤ ਭੂਸ਼ਣ ਉਹਨਾਂ ਨੇ ਮੱਥਾਮਾਰੀ ਕੀਤੀ, ਜਿੱਥੇ ਸੋਕਾ ਪੈ ਗਿਆ ਹੋਰ ਤਾਂ 150 ਦਿਨ ਕੀਤਾ ਉਹਨਾਂ ਥਾਵਾਂ ਤੇ ਜਿੱਥੇ ਸੋਕਾ ਪੈ ਗਿਆ ਸੀ। ਪੂਰੇ ਦੇਸ਼ 'ਚ ਨਹੀਂ ਅਜੇ ਕੀਤਾ ਨਾ ਕੇਵਲ ਉਹਨਾਂ ਥਾਵਾਂ ਤੇ। ਔਰ ਜੇ ਉਹ 150-200 ਦਿਨ ਕਰ ਦੋ, ਨਾਲ ਸੂਬੇ ਦੀ ਸਰਕਾਰ ਵੀ ਆਪਣਾ ਜੋੜ ਦੇ, ਇਹਦੀ ਬਜਾਏ ਕਿ 1000 ਰੁਪਇਆ ਦੇਾਂਗੇ ਫਲਾਣੇ ਨੂੰ, ਔਰਤ ਨੂੰ ਫਲਾਣਾ ਕਰਾਂਗੇ, ਆ ਕਰਾਂਗੇ, ਉਹ ਕਹਿੰਦੇ ਵੀ ਅਸੀਂ 50 ਦਿਨ ਆਪਦੇ ਵਿੱਚ ਜੋੜਤੇ। ਬਿਲਕੁਲ ਉਹਨਾਂ ਪੈਸਾ ਤੁਸੀਂ ਉਹ 'ਚ ਪੰਪ ਕਰ ਦਿਓ ਤੇ ਉਹਨੂੰ ਚੱਜ ਨਾਲ ਚਲਾਓ। ਬੰਦੇ ਵੀ ਨਾਲੇ ਅਸੈਟ ਕ੍ਰੀਏਟ ਹੋਣਗੇ, ਤੁਹਾਡੇ ਸਾਧਨ ਜਿਹੜੇ ਕ੍ਰੀਏਟਿਵ, ਜਿਹੜੀ ਗੱਲ ਹੁੰਦੀ ਹੈ ਕਿ ਤੁਸੀਂ ਕੁਛ ਚੀਜ਼ਾਂ, ਮੰਨ ਲਓ ਪੰਜਾਬ ਦੇ ਕੋਲ 3 ਚੀਜ਼ਾਂ ਨੇ ਬਹੁਤ ਮਹੱਤਵਪੂਰਨ ਨੇ। ਮਨਰੇਗਾ ਦਾ 60% ਪੈਸਾ ਹੈ ਜਿਹੜਾ, ਉਹ 3 ਚੀਜ਼ਾਂ ਤੇ ਖਰਚ ਹੋਣਾ ਹੈ। ਹਾਂਜੀ, ਪਾਣੀ ਤੇ ਬਚਾਉਣ ਤੇ, ਰੁੱਖ ਲਗਾਉਣ ਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਤੇ। ਪੰਜਾਬ ਲਈ ਇਦੋਂ ਵੱਡਾ ਕਿਹੜਾ ਵਰਦਾਨ ਹੋ ਸਕਦਾ ਜੇ ਤੁਸੀਂ ਇੱਧਰ ਨੂੰ ਕਰੋ। ਸਭ ਤੋਂ ਜ਼ਿਆਦਾ ਤੁਸੀਂ ਬੂਟੇ ਲਾਓ, এনवायरमेंट ਆ ਵੀ ਜੀਰੇ ਫੈਕਟਰੀ ਦਾ ਕੀ ਪੰਗਾ ਚੱਲ ਰਿਹਾ ਕਿ ਸਾਡਾ ਸ਼ੁੱਧ ਪਾਣੀ ਖਰਾਬ ਹੋ ਰਿਹਾ ਹੈ, ਐਡਾ ਵੱਡਾ ਅੰਦੋਲਨ ਚੱਲ ਰਿਹਾ ਹੈ। ਔਰ ਜੇ ਤੁਸੀਂ ਦਰਖਤ ਇੰਨੇ ਲਾਓਗੇ, ਔਰ ਜਿੰਨੇ ਦਰਖਤ ਨੇ ਉਹਦੇ 'ਚ ਫਲਦਾਰ ਵੀ ਹੋਣਗੇ, ਮੈਡੀਸਨਲ ਵੀ ਹੋਣਗੇ, ਔਰ ਉਹਦੇ 'ਚ 3-3 ਸਾਲ ਲਈ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਉਹਨਾਂ ਦੇ ਸਾਂਭ ਸੰਭਾਲ ਦੇ ਲਈ। ਔਰ ਐਡੇ ਵੱਡੇ ਪੱਧਰ ਤੇ ਰੁਜ਼ਗਾਰ ਵੀ ਹੋਏਗਾ, ਅਸੈਟ ਤੁਹਾਡੇ ਐਡੇ ਵੱਡੇ ਪੱਧਰ ਤੇ ਬਣਨਗੇ, ਪਾਣੀ ਬਚ ਜਾਏਗਾ, এনवायरमेंट ਬਚ ਜਾਏਗਾ, ਜ਼ਿੰਦਗੀ ਸੁਧਰੇਗੀ। ਉਹ ਤੁਸੀਂ ਕਹਿੰਦੇ ਹੋ ਕੁਝ ਕਰੋ ਨਾ ਕਰੋ ਜੀ, ਆਪਾਂ ਤਾਂ ਤੁਹਾਨੂੰ ਰੁਜ਼ਗਾਰ ਨਹੀਂ ਦੇਣਾ, ਵੈਸੇ ਜਾ ਕੇ ਇਹ ਕਰਦੇ ਆ। ਤੇ ਇੱਕ ਹੋਰ ਗੱਲ ਜਿਹੜੀ ਇਹਦੇ 'ਚ ਇੰਨੀ ਕਿ ਜਿਹੜੀ ਇੱਕ ਜੋੜਨ ਵਾਲੀ ਹੈ, ਮੈਨੂੰ ਲੱਗਦਾ ਕਿ ਉਹ ਤੁਸੀਂ ਸਾਜ਼ਿਸ਼ ਕਰ ਰਹੇ ਹੋ ਉਹ ਗਰੀਬ ਲੋਕਾਂ ਦੇ ਖਿਲਾਫ ਵੀ। ਇੱਕ ਤਾਂ ਉਹਨਾਂ ਨੂੰ ਇਕੁਅਲ ਐਜੂਕੇਸ਼ਨ ਦਾ, ਬਰਾਬਰ ਦੀ ਸਿੱਖਿਆ ਵਿਦਿਆ ਉਹਨਾਂ ਦੇ ਬੱਚਿਆਂ ਨੂੰ ਮਿਲੇ। ਘੱਟੋ ਘੱਟ ਤੁਸੀਂ 15 ਸਾਲ ਦਾ 10 ਸਾਲ ਦਾ ਇੱਕ ਟਾਰਗੇਟ ਰੱਖ ਦਿਓ, ਇੱਕੋ ਜੀ ਵਿਦਿਆ ਦੇ ਦਿਓ, ਇੱਕ ਪੀੜ੍ਹੀ ਨੂੰ ਖੜਾ ਕਰ ਦਿਓ। ਉਦੋਂ ਬਾਅਦ ਉਹ ਪੀੜ੍ਹੀ ਨੇੜੇ ਤੇੜੇ ਚਲੀ ਜਾਏਗੀ। ਸਾਰਿਆਂ ਨੂੰ ਤਾਂ ਨਹੀਂ ਤੁਸੀਂ ਉਹ ਕਰ ਸਕੋਗੇ, ਉਹਨੂੰ ਵਿਦਿਆ ਦੇਣੀ ਹੋਣੀ ਤੁਸੀਂ, ਉਹਨੂੰ ਬੈਕਵਰਡ ਦਾ ਬੈਕਵਰਡ ਰੱਖਣਾ ਤੇ ਉਹਨੂੰ ਇੰਨੇ ਜੋਗਾ ਹੀ ਰੱਖਣਾ ਕਿ ਤੂੰ ਵੋਟ ਹੈਗਾ, ਤੂੰ ਇਸ ਦੇਸ਼ ਦਾ ਨਾਗਰਿਕ ਨਹੀਂ ਹੈ। ਨਾਗਰਿਕ ਨੂੰ ਤਾਂ ਸਾਰੀਆਂ ਸੁਵਿਧਾਵਾਂ ਮਿਲਣਗੀਆਂ ਨਾ, ਵੋਟ ਨੂੰ ਉਹ ਜ਼ਰੂਰੀ ਨਹੀਂ ਕੱਲਾ ਉਹ ਸੁਵਿਧਾਵਾਂ ਮਿਲਣ ਵੀ ਤੂੰ ਉਧਰ ਵੋਟ ਪਾ ਦਿਆ ਕਰ, ਉਧਰ ਦਾਰੂ ਵੀ ਦੇ ਦਿਆ ਕਰਾਂਗੇ, ਭੁੱਖੀ ਵੀ ਦੇ ਦਿਆ ਕਰਾਂਗੇ ਤੇ ਨਾਲ ਬਾਕੀ ਚੀਜ਼ਾਂ ਵੀ ਦੇ ਦਿਆ ਕਰਾਂਗੇ। ਖਾਲਿਦ ਸਾਹਿਬ, ਜਿਹੜੀ ਹਮੀਰ ਭਾਜੀ ਇਹ ਗੱਲ ਕਰ ਰਹੇ ਨੇ ਕਿ ਜੇਕਰ ਤੁਸੀਂ 81 ਕਰੋੜ ਲੋਕਾਂ ਨੂੰ ਦੇਣਾ ਵੀ ਆ ਅਨਾਜ ਮੁਫਤ ਦਿਓ, ਤੁਸੀਂ 6 ਮਹੀਨੇ ਸਾਲ ਦੀ ਸਕੀਮ ਨਾ ਚਲਾਓ, ਚਾਹੇ 10 ਸਾਲ ਦੀ ਚਲਾਓ, ਪਰ 10 ਸਾਲ ਬਾਅਦ ਟੀਚਾ ਤਾਂ ਹੋਵੇ ਕਿ ਇੰਨੇ ਲੋਕਾਂ ਚੋਂ ਬਾਹਰ ਕੱਢ ਲੈਣੇ ਨੇ, ਇੰਨੇ ਲੋਕਾਂ 'ਚ ਨਵੇਂ ਸ਼ਾਮਲ ਨਹੀਂ ਹੋਣ ਦੇਣਗੇ, ਉਹਨਾਂ ਨੂੰ ਰੁਜ਼ਗਾਰ। ਕੀ ਇਹਦੇ ਬਾਰੇ ਕਦੇ ਸਰਕਾਰਾਂ ਜਾਂ ਰਾਜਨੀਤਿਕ ਪਾਰਟੀਆਂ ਗੰਭੀਰਤਾ ਨਾਲ ਏਜੰਡਾ ਤੈਅ ਕਰਦੀਆਂ ਨੇ? ਰਾਜਨੀਤਿਕ ਪਾਰਟੀਆਂ ਨੇ ਇੱਕ ਚੀਜ਼ ਦੇਖ ਲਈ ਹੈ ਕਿ ਜਿਸ ਵੇਲੇ ਇਲੈਕਸ਼ਨ ਆਉਂਦਾ ਹੈ ਜਾਂ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਕੁਛ ਨਾ ਕੁਛ ਲੋਕਾਂ ਨੂੰ ਵਾਅਦੇ ਕਰਦੇ ਰਹੋ ਜਿਹੜੇ ਕਿ ਬਾਅਦ ਚ ਪੂਰੇ ਹੋਣ ਚਾਹੇ ਨਾ ਹੋਣ। ਹੁਣ ਆਪਾਂ ਇਹ ਦੇਖਦੇ ਹੈਗੇ ਆ ਕਿ ਉਹਦੇ ਵਿੱਚ ਕੀ ਹੈ ਕਿ ਲੋਕ ਜਿਹੜੇ ਹੈਗੇ ਆ ਉਸ ਭਲੇਵੇਂ ਚ ਆ ਜਾਂਦੇ ਆ, ਸ਼ਾਇਦ ਐਤਕੀ ਇੱਕ ਵਾਰ ਵੋਟ ਪਾਤੀ, ਉਸ ਤੋਂ ਬਾਅਦ ਲੀਡਰ ਜਾਂ ਪੋਲੀਟੀਕਲ ਪਾਰਟੀਆਂ ਲੋਕਾਂ ਨੂੰ ਭੁੱਲ ਜਾਂਦੀਆਂ, ਫਿਰ ਉਹਨਾਂ ਨੇ ਆਪਣਾ ਪੋਲੀਟੀਕਲ ਏਜੰਡਾ ਚਲਾਉਣਾ ਹੈ, ਸਸਟੇਨ ਕਰਨਾ ਹੈ ਆਪਣੇ ਆਪ ਨੂੰ ਪਾਵਰ ਦੇ ਵਿੱਚ। ਦੇਖੋ, ਇਹ ਜਿਹੜੀ ਗਰੋਥ ਦੀ ਗੱਲ ਕੀਤੀ ਹੈ, ਅਡਾਨੀ ਦੀ ਗੱਲ ਕੀਤੀ ਹੈ, ਹੋਰ ਇੰਡੀਆ ਦੇ ਵਿੱਚ ਗਰੋਥ ਹੋ ਰਹੀ ਹੈ, ਲੇਕਿਨ ਜੌਬਲੈਸ ਗਰੋਥ ਹੋ ਰਹੀ ਹੈ। ਜੌਬਲੈਸਨੈਸ ਜਿਹੜੀ ਹੈਗੀ ਆ, ਅਨਐਮਪਲੋਇਮੈਂਟ ਜਿਹੜੀ ਹੈ, ਉਹ ਸਿਖਰ ਤੇ ਹੈ ਜੀ, ਪਹਿਲੀ ਚੀਜ਼। ਦੂਸਰੀ ਚੀਜ਼ ਇਹ ਹੈਗੀ ਹੈ ਕਿ ਸਾਡਾ ਜਿਹੜਾ ਮੈਨੂਫੈਕਚਰਰ ਹੈ ਉਹ ਸਪਲਾਇਰ ਬਣ ਚੁੱਕਿਆ, ਕਿਉਂਕਿ ਮੈਕਸਿਮਮ ਅਸੀਂ ਇੰਪੋਰਟ ਚਾਈਨਾ ਤੋਂ ਕਰ ਰਹੇ ਹਾਂ। ਚਾਈਨਾ ਨੂੰ ਗਾਲਾਂ ਵੀ ਕੱਢ ਰਹੇ ਹਾਂ, ਚਾਈਨਾ ਨੂੰ ਕਹਿ ਰਹੇ ਹਾਂ ਜੀ ਦੀਵਾਲੀ ਤੇ ਕੁਛ ਨਾ ਖਰੀਦਿਓ, ਫਲਾਣੇ ਤੋਂ ਕੁਛ ਨਾ ਖਰੀਦਿਓ, ਲੇਕਿਨ ਉਹਦਾ ਕੋਈ ਫਰਕ ਨਹੀਂ ਪੈਂਦਾ। ਸਾਡੀ ਜਿਹੜੀ ਹੈਗੀ ਚਾਈਨਾ ਦੇ ਉੱਪਰ ਡਿਪੈਂਡੈਂਸ ਜਿਹੜੀ ਹੈਗੀ ਹੈ, ਸਿਰਫ ਚਾਈਨਾ ਦੇ ਉੱਪਰ ਸਾਡੀ ਇਹ ਨਹੀਂ, ਬਲਕਿ ਚਾਈਨਾ ਲਾਰਜੈਸਟ ਟ੍ਰੇਡਿੰਗ ਪਾਰਟਨਰ ਬੰਗਲਾਦੇਸ਼ ਦਾ ਵੀ ਹੈ, ਪਾਕਿਸਤਾਨ ਦਾ ਵੀ ਹੈ, ਇੰਡੀਆ ਦਾ ਵੀ ਹੈ, ਸ੍ਰੀਲੰਕਾ ਦਾ ਵੀ ਹੈ, ਸਾਰਿਆਂ ਦਾ। ਦੂਸਰੀ ਉਸ ਤੋਂ ਇਲਾਵਾ ਇੱਕ ਹੋਰ ਜਿਹੜੀ ਵੀਡੀਓ ਇੰਪੋਰਟੈਂਟ ਚੀਜ਼ ਇਹਦੇ ਵਿੱਚ ਆ ਰਹੀ ਹੈ, ਉਹ ਹੈ, ਮੈਂ ਇਕਨੋਮਿਕ ਫਰੰਟ ਦੀ ਗੱਲ ਕਰ ਰਿਹਾ, ਉਹ ਇਹ ਹੈਗੀ ਹੈ ਕਿ ਸਾਡਾ ਜਿਹੜਾ ਹੈਗਾ ਟ੍ਰੇਡ ਡੈਫਿਸਿਟ ਜਿਹੜਾ ਹੈਗਾ ਵੱਧਦਾ ਚਲਾ ਜਾ ਰਿਹਾ। ਟ੍ਰੇਡ ਡੈਫਿਸਿਟ ਜਦ ਵਧੇਗਾ ਤਾਂ ਤੁਹਾਡੀ ਫੋਰਨ ਐਕਸਚੇਂਜ ਦੇ ਉੱਪਰ ਉਹਦਾ ਅਸਰ ਪਏਗਾ। ਟ੍ਰੇਡ ਡੈਫਿਸਿਟ ਜਦ ਵਧੇਗਾ ਤਾਂ ਤੁਹਾਡੀ ਜਿਹੜੀ ਹੈਗੀ ਹੈ ਪੇਮੈਂਟ ਦੀ ਕੈਪੈਸਿਟੀ ਦੇ ਉੱਪਰ ਫਰਕ ਪਏਗਾ, ਤੁਹਾਡਾ ਰੁਪਈਆ ਵੀ ਡਾਊਨ ਜਾਏਗਾ, ਉਹ ਸਾਰਾ ਕੁਝ ਹੋ ਰਿਹਾ ਹੈ। ਲੇਕਿਨ ਉਸ ਦੇ ਬਾਵਜੂਦ
ਮੈਂ ਪਹਿਲਾਂ ਹੀ ਐਕਸਟਰਨਲ ਤੇ ਇੰਟਰਨਲ ਜਿਹੜਾ ਕਰਜ਼ਾ ਉਹਦੀ ਗੱਲ ਮੈਂ ਕਰ ਚੁੱਕਿਆ। ਜੀ ਉਹ ਸਾਰੇ ਦੇ ਬਾਵਜੂਦ ਤੁਸੀਂ ਕਹਿੰਦੇ ਹੋ ਵੀ ਦੇਖੋ ਤੁਹਾਨੂੰ ਕੈਪੈਸਿਟੀ ਬਿਲਡਿੰਗ ਨਹੀਂ ਤੁਹਾਡੀ ਕਰਨੀ, ਤੁਹਾਨੂੰ ਅਸੀਂ ਲੋਲੀਪੌਪ ਦੇ ਉੱਪਰ ਲਾ ਕੇ ਰੱਖਣਾ। ਬਸ ਇਹ ਲੋਲੀਪੌਪ ਤੁਸੀਂ ਲੈਂਦੇ ਰਹੋ, ਲੇਕਿਨ ਤੁਸੀਂ ਨਾ ਆਪਣੇ ਰਾਈਟ ਦੀ ਗੱਲ ਕਰਿਓ, ਨਾ ਐਜੂਕੇਸ਼ਨ ਦੀ ਗੱਲ ਕਰਿਓ, ਨਾ ਹੋਰ। ਉਹ ਅਸੀਂ ਜਿੰਨਾ ਕਹਾਂਗੇ, ਮੈਂ ਨਿਊ ਐਜੂਕੇਸ਼ਨ ਪਾਲਿਸੀ ਦੀ ਫॉर ਐਗਜ਼ਾਮਪਲ ਹੈ ਜੀ, ਨਿਊ ਐਜੂਕੇਸ਼ਨ ਪਾਲਿਸੀ ਤੁਸੀਂ ਲਿਆਂਦੀ, ਪ੍ਰਧਾਨ ਮੰਤਰੀ ਕਹਿੰਦੇ ਜੀ ਨਿਊ ਐਜੂਕੇਸ਼ਨ ਪਾਲਿਸੀ ਦੇ ਨਾਲ ਆਈਡੀਅਲ ਨਾਗਰਿਕ ਬਣਨਗੇ। ਆਈਡੀਅਲ ਨਾਗਰਿਕ ਦੀ ਪਰਿਭਾਸ਼ਾ ਕੀ ਹੈ? ਉਹ ਤਾਂ ਦੱਸ ਦਿਓ ਕੌਣ ਹੈ ਆਈਡੀਅਲ ਨਾਗਰਿਕ? ਕਿਆ ਆਈਡੀਅਲ ਨਾਗਰਿਕ ਉਹ ਹੈ ਜਿਹੜਾ ਕਿ ਤੁਹਾਡਾ ਕਹਿਣਾ ਮੰਨਦਾ ਰਹੇ, ਵੋਟਾਂ ਪਾਉਂਦਾ ਰਹੇ, ਬਾਕੀ ਪੁੱਛੇ ਕੁਛ ਨਾ, ਉਹ ਆਈਡੀਅਲ ਨਾਗਰਿਕ ਹੈ। ਤੁਸੀਂ ਇਹ ਦੱਸੋ ਵੀ ਐਜੂਕੇਸ਼ਨ ਦੇ ਉੱਪਰ ਐਲੋਕੇਸ਼ਨ ਕਿੰਨੀ ਹੈ? ਕਿਆ ਹਾਇਰ ਐਜੂਕੇਸ਼ਨ ਦੇ ਉੱਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਪੂਰੇ ਇੰਡੀਆ ਦੇ ਵਿੱਚ IITs ਨੂੰ ਲਾ ਕੇ, ਯੂਨੀਵਰਸਿਟੀਆਂ ਨੂੰ ਲੈ ਕੇ ਗ੍ਰੋਸਲੀ 50% ਪੋਸਟਾਂ ਖਾਲੀ ਪਈਆਂ, 50% ਪ੍ਰੋਫੈਸਰਾਂ ਦੀਆਂ ਪੋਸਟਾਂ ਖਾਲੀ ਪਈਆਂ। ਤੁਸੀਂ ਪੜਾਓਗੇ ਕੀ? ਇਸੇ ਤਰੀਕੇ ਦੇ ਨਾਲ ਸਕੂਲਾਂ ਦੇ ਵਿੱਚ ਤੁਸੀਂ ਦੱਸੋ, ਬਲੈਕ ਬੋਰਡ ਸਾਰੇ ਸਕੂਲਾਂ 'ਚ ਹੈਗੇ ਪੂਰੇ ਕੰਟਰੀ ਦੇ ਵਿੱਚ, ਸਾਰੇ ਸਕੂਲਾਂ ਦੇ ਵਿੱਚ ਸਾਰੀਆਂ ਪੋਸਟਾਂ ਭਰੀਆਂ। ਤੁਸੀਂ ਕਹਿੰਦੇ ਜੀ ਵੋਕੇਸ਼ਨਲ ਐਜੂਕੇਸ਼ਨ ਦੇਾਂਗੇ, ਵੋਕੇਸ਼ਨਲ ਐਜੂਕੇਸ਼ਨ ਦੀਆਂ ਪੋਸਟਾਂ ਕ੍ਰੀਏਟ ਨਹੀਂ ਕੀਤੀਆਂ ਤੁਸੀਂ। ਵੋਕੇਸ਼ਨਲ ਐਜੂਕੇਸ਼ਨ ਹਿੰਦੀ ਵਾਲੇ ਨੂੰ ਥੋੜੀ ਕਹੋਗੇ ਵੀ ਤੂੰ ਟਾਈਪਿੰਗ ਸਿਖਾ ਜਾਂ ਕੁਛ ਸਿਖਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਇਸ ਕਰਕੇ ਸਾਡਾ ਜਿਹੜਾ ਖੱਬਾ ਹੱਥ ਕਰ ਰਿਹਾ ਉਹਦੇ ਬਾਰੇ ਸੱਜੇ ਨੂੰ ਪਤਾ ਨਹੀਂ ਹੈ, ਜਿਹੜਾ ਸੱਜਾ ਹੱਥ ਕਰ ਰਿਹਾ ਉਹਨੂੰ ਖੱਬੇ ਨੂੰ ਪਤਾ ਨਹੀਂ ਹੈ। ਦਿਸ ਇਜ਼ ਵਾਟ ਇਜ਼ ਹੈਪਨਿੰਗ। ਜਿੱਥੇ ਤੱਕ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਦਾ ਗੱਲ ਹੈ, ਔਰ ਮੈਂ ਇਹ ਡੈਫੀਨੇਟਲੀ ਗੱਲ ਕਹਾਂਗਾ ਕਿ ਇਹ ਜਿਹੜੀ ਫ੍ਰੀ ਬੀਜ਼ ਇਹ ਕਹਿ ਲਓ ਜਾਂ ਇਹ ਕਹਿ ਲਓ ਕਿ ਰਿਸ਼ਵਤ ਹੈ, ਲੋਕਾਂ ਨੂੰ ਇੱਕ ਰਿਸ਼ਵਤ ਹੈ ਵੀ ਅਸੀਂ ਤੁਹਾਨੂੰ ਆਹ ਦਿੰਦੇ ਹਾਂ, ਤੁਸੀਂ ਸਾਨੂੰ ਵੋਟਾਂ ਪਾਈ ਜਾਓ, ਉਹ ਜਿਹੜੀ ਚੀਜ਼ ਹੈ ਉਹ ਦੇਸ਼ ਦੀ ਅਰਥ ਵਿਵਸਥਾ ਵਾਸਤੇ ਬਹੁਤ ਖਤਰਨਾਕ ਹੈ ਔਰ ਕੋਲੈਪਸ ਕਰ ਸਕਦੀ ਹੈ ਕਿਸੇ ਵੇਲੇ। ਭਾਜੀ ਇਹ ਦੇਸ਼ ਦੀ ਅਰਥ ਵਿਵਸਥਾ ਵਾਸਤੇ ਖਤਰਨਾਕ ਹੈ ਹੀ ਹੈ, ਲੋਕਾਂ ਦੇ ਜੀਵਨ ਪੱਧਰ ਲਈ ਵੀ ਖਤਰਨਾਕ ਹੈ। ਕਿ ਜਿਵੇਂ ਖਾਲਿਦ ਸਾਹਿਬ ਪਹਿਲਾਂ ਕਹਿ ਰਹੇ ਸੀ ਕਿ ਉਹ ਫਿਰ ਡਿਪੈਂਡੇਬਲ ਹੋ ਜਾਂਦੇ ਨੇ ਕਿ ਕੰਮ ਕਰਨ ਦੀ ਲੋੜ ਹੀ ਨਹੀਂ। ਕੀ ਇਹਦੇ ਵਿੱਚੋਂ ਨਿਕਲਣ ਦਾ ਕੋਈ ਰਾਹ ਤੁਹਾਨੂੰ ਨਜ਼ਰ ਆਉਂਦਾ ਹੈ? ਕੀ ਉਹਦੇ ਲਈ ਕੋਈ ਚੇਤਨਾ ਲਹਿਰ ਨਜ਼ਰ ਆਉਂਦੀ ਹੈ? ਕੋਈ ਰਾਜਨੀਤਿਕ ਨਵੀਂ ਪੀੜ੍ਹੀ ਜਨਮ ਦੀ ਇਹੋ ਜਿਹੀ ਨਜ਼ਰ ਆਉਂਦੀ ਹੈ ਜਿਹੜੀ ਇਸ ਸਿਸਟਮ ਚੋਂ ਕੱਢੇ, ਕਿ ਜਾਂ ਇਹੀ ਚੱਲਦਾ ਜੇ ਨਜ਼ਰ ਆਉਂਦਾ? ਕੋਈ ਆਸ ਦੀ ਉਮੀਦ ਦੀ ਕਿਰਨ? ਨਹੀਂ, ਬਥੇਰੇ ਲੋਕ ਵੱਖ-ਵੱਖ ਥਾਂ ਤੇ ਆਪੋ ਆਪਣੀ ਗੱਲ ਕਰ ਰਹੇ ਨੇ, ਛੋਟੇ ਹੋਣ ਜਾਂ ਵੱਡੇ, ਸਾਰੇ ਲੋਕ ਚੇਤਨਾ 'ਚ ਵੀ ਦੇ ਰੂਪ ਦੇ ਵਿੱਚ ਜਨਤਕ ਜਥੇਬੰਦੀਆਂ ਵੀ ਨੇ, ਟ੍ਰੇਡ ਯੂਨੀਅਨ ਕਲਚਰ ਵੀ ਹੈ, ਡਿਫਰੈਂਟ ਟਾਈਪ ਦੇ ਛੋਟੇ-ਮੋਟੇ ਸਿਆਸੀ ਗਰੁੱਪ ਵੀ ਨੇ। ਪਰ ਵੱਡੇ ਜਿਹੜਾ ਮੇਨ ਸਟ੍ਰੀਮ ਸਿਆਸਤ ਹੈ ਸਾਡੀ, ਉਹ ਇੱਕੋ ਰਸਤੇ ਪੈ ਗਈ ਹੈ। ਅਸਲ 'ਚ ਉਹ ਡਿਵਰਸਿਟੀ ਉਹ ਦਿਖਾਈ ਨਹੀਂ ਦਿੰਦੀ ਜਿਹੜੀ ਬਾਕੀ ਦੀ ਗੱਲ ਹੈ। ਦੂਜੀ ਗੱਲ ਹੈ, ਅਸੀਂ ਹੁਣ ਸਿਆਸੀ ਪਾਰਟੀਆਂ ਤਾਂ ਇੱਕ ਟਾਈਪ ਦੀਆਂ ਨੇ ਨਾ, ਚੋਣ ਲੜਨ ਵਾਲੀ ਮਸ਼ੀਨ ਬਣਾਤੀ, ਉਹ ਇਦੋਂ ਬਿਨਾਂ ਗੱਲ ਹੀ ਨਹੀਂ ਕਰ ਰਹੀਆਂ। ਕਿਹਦੇ ਕੋਲ ਬੂਥ ਲੈਵਲ ਦਾ ਵਰਕਰ ਹੈ, ਕਿਹਦੇ ਕੋਲ ਫਲਾਨਾ, ਇੱਕ ਮਸ਼ੀਨ ਜਾਂ ਹਾਇਰ ਕਰ ਲੈਂਦੇ ਨੇ ਉਸ ਸਮੇਂ ਜਾਂ ਇਦੋਂ ਪਹਿਲਾਂ ਜਿਹੜੇ ਵਰਕਰ, ਉਹਨਾਂ ਵਰਕਰਾਂ ਦੀ ਭੁਗਤ ਨਹੀਂ ਹੈ। ਕਿਹੜੀ ਪਾਰਟੀ 'ਚ ਕਿਸੇ ਕਾਰਕੁਨ ਦੀ ਹੈਸੀਅਤ ਹੈ ਕਿ ਉਹ ਆਪਦੇ ਵੱਡੇ ਲੀਡਰਾਂ ਨੂੰ ਜਾ ਕੇ ਕਹੇ ਵੀ ਨਹੀਂ ਜੀ ਆਹ ਚੀਜ਼ ਆਪਾਂ ਨੂੰ ਕਰਨ ਦੀ ਗੱਲ ਹੈ, ਆਹ ਨਹੀਂ ਕਰਨੀ। ਉੱਥੇ ਵੀ ਇਸੇ ਲਈ ਕਹਿੰਦੇ। ਔਰ ਇਹਦੇ ਨਾਲ ਦੀ ਨਾਲ ਜੋੜ ਕੇ ਇਹ ਗੱਲ ਫਿਰ ਵਾਪਰ ਜਾਂਦੀ ਹੈ ਹਮੇਸ਼ਾ, ਜਦੋਂ ਹੱਕ ਨਾ ਰਹਿਣ ਨਾਗਰਿਕ ਦੇ ਤੌਰ ਤੇ ਜਾਂ ਵਰਕਰ ਦੇ ਤੌਰ ਤੇ ਜਾਂ ਕਿਤੇ ਵੀ ਹੈ, ਤਾਂ ਫਿਰ ਉਹ ਮੋਨੋਪੋਲੀ ਹੋ ਜਾਂਦੀ ਹੈ, ਇਜਾਰੇਦਾਰੀ ਟਾਈਪ ਹੋ ਜਾਂਦੀ ਹੈ। ਸੋਚਦੇ ਵੀ ਜੋ ਮੈਨੂੰ ਚੰਗਾ ਲੱਗਦਾ ਤੁਸੀਂ ਖਰੀਦੇ ਦੇ ਤੌਰ ਤੇ ਕਰਦੇ ਰਹੋ, ਬੋਲੋ ਨਾ। ਜੇ ਤੁਸੀਂ ਪਾਰਟੀਆਂ ਦੇ ਅੰਦਰ ਬੋਲਤੀ ਬੰਦ ਕਰਤੀ ਹੈ ਲੋਕਾਂ ਦੀ ਕਿ ਅੰਦਰ ਜਮਹੂਰੀਅਤ ਨਾ ਰੱਖੋ, ਤਾਂ ਸਮਾਜ ਦੇ ਵਿੱਚ ਵੀ ਬੰਦ ਕਰੋਗੇ, ਬਿਲਕੁਲ ਆਵਾਜ਼ਾਂ ਬੰਦ ਕਰੋਗੇ। ਜੋ ਮੀਡੀਆ ਨਾਲ ਹੋ ਰਿਹਾ ਉਹ ਵੀ ਸਾਡੇ ਸਾਹਮਣੇ ਹੈ, ਜੋ ਵੱਖ-ਵੱਖ ਸਿਆਸੀ ਕਾਰਕੁਨਾਂ ਨਾਲ ਬਖਰੇਵਾਂ ਰੱਖਣ ਵਾਲਿਆਂ ਨਾਲ ਉਹ ਵੀ ਹੈ, ਜੋ ਅੰਦੋਲਨਕਾਰੀਆਂ ਨਾਲ ਹੋ ਰਿਹਾ ਉਹ ਵੀ ਹੈ। ਪਰ ਇਸ ਸਾਰੇ ਮਾਹੌਲ ਦੇ ਵਿੱਚੋਂ ਵੀ ਫਿਰ ਵੀ ਕੁਝ ਚੀਜ਼ਾਂ ਜਨਮ ਲੈ ਰਹੀਆਂ ਨੇ। ਔਰ ਜਿਵੇਂ ਕਿਸਾਨ ਅੰਦੋਲਨ ਸੀ, ਉਹਨੇ 2-3 ਗੱਲਾਂ ਕੀਤੀਆਂ ਸਾਡੇ ਸਾਹਮਣੇ। ਹਾਲਾਂਕਿ ਮਜ਼ਦੂਰਾਂ ਦੀ ਹਾਲਤ ਉਦੋਂ ਵੀ ਮਾੜੀ ਹੈ ਬਹੁਤ, ਕਿਉਂਕਿ ਉਹ ਅਜੇ ਉਹਨੇ ਤਾਕਤਵਰ ਵੀ ਇਸੇ ਕਰਕੇ ਨਹੀਂ ਬਣ ਸਕੇ, ਉਹ ਐਡੇ ਲੰਬੇ ਦੀ ਹਜੇ ਸਥਿਤੀ 'ਚ ਨਹੀਂ ਹੁੰਦੇ ਕਿਉਂਕਿ ਰਿਸੋਰਸ ਨਹੀਂ ਹੁੰਦੇ। ਇੱਕ ਤਾਂ ਉਹਨੇ ਕਿਹਾ ਵੀ ਜਿਹੜੇ ਕਾਰਪੋਰੇਟ ਸਾਡੀਆਂ ਜ਼ਮੀਨਾਂ ਵੀ ਹੜੱਪ ਕਰਨਾ ਚਾਹੁੰਦਾ, ਪਹਿਲਾਂ ਵੀ ਹੜੱਪ ਗਿਆ, ਜੇ ਉਹ ਇਹਦੇ ਖਿਲਾਫ ਇੱਕ ਵੱਡੀ ਜਦੋਜਹਿਦ ਦੀ ਲੋੜ ਹੈ। ਦੂਜਾ ਉਹਨੇ ਇਹ ਕਿਹਾ ਸੀਗਾ ਕਿ ਜਿਹੜੇ ਸੈਂਟਰ ਸਟੇਟ ਦੇ ਸੰਬੰਧ ਨੇ, ਜਿਹੜੀਆਂ ਸਟੇਟਾਂ ਨੇ ਬਿਲਕੁਲ ਮਿਊਨਿਸਪਲ ਕਮੇਟੀਆਂ ਬਣ ਗਈਆਂ, ਖੇਤੀ ਕਾਨੂੰਨਾਂ ਤੇ ਉਹਨਾਂ ਦਾ ਹੱਕ ਹੀ ਨਹੀਂ ਸੀ ਕਾਨੂੰਨ ਬਣਾਉਣ ਦਾ, ਤੇ ਤੁਸੀਂ ਕਾਨੂੰਨ ਬਣਾ ਰਹੇ ਹੋ, ਇਹ ਗਲਤ ਨੇ। ਤੀਜਾ ਉਹਨੇ ਇਹ ਕਿਹਾ ਵੀ ਜੇ ਲੋਕ ਇਕੱਠੇ ਹੋ ਜਾਂਦੇ ਨੇ, ਪੀਸਫੁਲ ਤਰੀਕੇ ਨਾਲ ਰਹਿੰਦੇ ਨੇ, ਤਾਂ ਉਹਦਾ ਦਬਦਬਾ ਇੰਨਾ ਉਹਨੇ ਦਿਖਾਇਆ ਕਿ ਇਹ ਸਿਆਸੀ ਪਾਰਟੀਆਂ ਵੀ ਤੁਹਾਡੇ ਸਾਹਮਣੇ ਨਤਮਸਤਕ ਹੋ ਕੇ ਤੁਹਾਡੀ ਗੱਲ ਸੁਣਨ ਲੱਗ ਜਾਂਦੀਆਂ ਨੇ। ਔਰ ਸੁਣਿਆ ਨੇ ਮਤਲਬ ਪਾਰਟੀਆਂ ਨੇ ਬੈਠ ਕੇ ਕਿਹਾ ਜੇ ਤੁਸੀਂ ਰੈਲੀ ਨਾ ਕਰੋ, ਅਜੇ ਫਲਾਣਾ ਨਾ ਕਰੋ, ਅਜੇ। ਲੋਕਾਂ ਨੂੰ ਇੱਕ ਸਮਝ ਆ ਗਈ ਪੰਜਾਬ 'ਚ ਖਾਸ ਤੌਰ ਤੇ, ਤੁਸੀਂ ਦੇਖੋ ਚਾਹੇ ਸੀਗਾ ਮੱਤੇਵਾੜੇ ਦਾ ਰੌਲਾ ਕਿ ਤੁਸੀਂ এনवायरमेंट ਲਈ ਖਰਾਬੀ ਕਰਦੇ ਹੋ, ਉਹ এনवायरमेंट ਤੇ ਉਹਨਾਂ ਨੇ ਸਰਕਾਰ ਨੂੰ ਪਿੱਛੇ ਹਟਾਤਾ। ਜੀਰੇ ਵਾਲੇ ਤੇ ਵੀ ਲੋਕ ਆਪਣੇ ਆਪ ਹੀ ਬੈਠਣ ਲੱਗ ਗਏ। ਇਹਨੇ ਕੀ ਕੀਤਾ, ਲੋਕਾਂ 'ਚ ਇੱਕ ਸਿਆਸੀ ਸੂਝ ਪੈਦਾ ਕੀਤੀ। ਦੂਜੀ ਗੱਲ, ਉਹਨਾਂ ਨੂੰ ਇਹ ਪੈਦਾ ਕੀਤਾ, ਉਹਨਾਂ 'ਚ ਇਹ ਭਰੋਸਾ ਕਿ ਜੇ ਤੁਸੀਂ ਇਕੱਠੇ ਹੁੰਦੇ ਹੋ
ਤੁਹਾਡਾ ਅੰਦੋਲਨ ਹੀ ਤੁਹਾਡਾ ਰਸਤਾ ਹੈ। ਦੂਜਾ ਐਵੇਂ ਹੀ ਲੋਕਾਂ ਦੇ ਪਿੱਛੇ ਫਿਰੀ ਜਾਣਾ ਜਾਂ ਆਲੇ ਦੁਆਲੇ ਚੱਲਣਾ ਜਾਂ ਇਹਦਾ ਕੋਈ ਮਤਲਬ ਨਹੀਂ ਹੈ ਨਾ। ਇਹ ਜਿਹੜੇ ਰਸਤੇ ਨੇ, ਤੀਜੀ ਗੱਲ ਉਹਨੇ ਇਹ ਪੈਦਾ ਕਰਤੀ ਕਿ ਕੇਵਲ ਇਕਨੋਮਿਕ ਮੰਗ ਜਿਹੜੀ ਕੱਲੀ ਆਪਣੇ ਭਾਜ ਆ ਉਹੀ ਨਹੀਂ, ਜ਼ਿੰਦਗੀ ਜਿਉਣ ਦੇ ਜਿਹੜੇ ਬਾਕੀ ਪੱਖ ਨੇ ਉਹਨਾਂ ਤੇ ਵੀ ਤੁਹਾਨੂੰ ਲੜਾਈ ਲੜਨੀ ਪੈਣੀ ਹੈ। ਇਸੇ ਕਰਕੇ ਆ এনवायरमेंट ਦਾ ਵੱਡਾ ਮੁੱਦਾ ਕਿਸਾਨੀ ਦਾਇਰੇ ਦੇ ਵਿੱਚ ਆਇਆ ਹੈ। ਇਸੇ ਕਰਕੇ ਸ਼ੁੱਧ ਪਾਣੀ ਵੀ ਮੈਨੂੰ ਮਿਲਣਾ ਚਾਹੀਦਾ, ਸ਼ੁੱਧ ਖੁਰਾਕ ਦਾ ਸਵਾਲ ਵੀ ਹੈ, ਇਹ ਸਾਰੇ ਸਵਾਲ ਆ ਰਹੇ ਨੇ। ਇਹ ਇੱਕ ਚਲਦੇ ਚਲਦੇ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਇਸੇ ਕਿਸਾਨ ਅੰਦੋਲਨ ਕਰਕੇ ਸ਼ਾਇਦ ਰਾਹੁਲ ਗਾਂਧੀ ਜੁਰਤ ਕਰ ਸਕਿਆ ਕਿ ਮੈਂ ਵੀ ਯਾਤਰਾ ਕੱਢ ਸਕਦਾ, ਕੱਢ ਲੈਂਦੇ ਆ, ਨਹੀਂ ਤਾਂ ਇੱਥੇ ਕੋਈ ਨਹੀਂ ਸੀ। ਯਾਤਰਾ ਦਾ ਜਿਹੜਾ ਇੱਕ ਮਾਮਲਾ ਹੁੰਦਾ ਉਹਦੇ ਵਿੱਚ ਕੁਝ ਸਵਾਲ ਉੱਠਣੇ ਸ਼ੁਰੂ ਹੋਏ ਨੇ। ਉਹਦੇ ਵਿੱਚ ਇੱਕ ਤਾਂ ਸਵਾਲ ਉੱਠਣਾ ਸ਼ੁਰੂ ਹੋਇਆ ਉਹੀ ਜਿਹੜਾ ਧਾਰਮਿਕ ਵਾਲਾ ਤੁਸੀਂ ਸੀ ਕਿ ਇਹ ਨਫ਼ਰਤ ਦਾ ਜਿਹੜਾ ਬੀਜ ਬੀਜਿਆ ਜਾ ਰਿਹਾ ਹੈ, ਜਿਹੜਾ ਵੰਡ ਪਾਈ ਜਾ ਰਹੀ ਹੈ, ਹੇਟ ਜਿਹੜੀ ਪੈਦਾ ਕੀਤੀ ਜਾ ਰਹੀ ਉਹਦੇ ਮੁਕਾਬਲੇ ਮੁਹੱਬਤ ਦੀ ਗੱਲ ਹੈ ਨਾ। ਇੱਕ ਗੱਲ ਆ ਰਹੀ ਹੈ ਔਰ ਦੂਜੀ ਗੱਲ ਇਹ ਆ ਰਹੀ ਹੈ ਕਿ ਰੁਜ਼ਗਾਰ ਤੋਂ ਬਿਨਾਂ ਕੁਝ ਨਹੀਂ ਚੱਲਦਾ। ਤੀਜੀ ਗੱਲ ਆ ਰਹੀ ਹੈ ਕਰੋਨੀ ਕੈਪੀਟਲਿਜ਼ਮ, ਜਿਹੜੇ ਵੱਡੇ ਦੋਸਤ ਨੇ ਕਾਰਪੋਰੇਟ ਤੁਹਾਡੇ, ਇਹਦੇ ਖਿਲਾਫ ਬਾਕੀ ਦਾ ਕੁਝ ਏਜੰਡਾ ਤਾਂ ਡਿਸਕਸ ਹੋ ਰਿਹਾ ਨਾ, ਆ ਕੇ ਗਰਾਊਂਡ ਤੇ ਹੋਣ ਲੱਗਿਆ। ਹਜ਼ਾਰਾਂ ਗਲਤੀਆਂ ਕਾਂਗਰਸ ਦੇ ਵਿੱਚ ਬਹੁਤ ਜਗ੍ਹਾ, ਨਾ ਕੋਈ ਅੰਦਰੂਨੀ ਜਮਹੂਰੀਅਤ ਆ ਨਾ ਬਾਕੀ ਚੀਜ਼ਾਂ ਨੇ, ਪਰ ਇਹ ਯਾਤਰਾ ਨੇ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ 'ਚ ਬਹੁਤ ਲੋਕ ਹੋਰ ਵੀ ਆ ਰਹੇ ਨੇ। ਇਸੇ ਗੱਲ ਨਾਲ ਇਹ ਫਰਕ ਪੈਣਾ ਜ਼ਰੂਰੀ ਹੈ, ਜਨਤਕ ਪੱਧਰ ਤੇ ਹੀ ਪੈਣਾ, ਵੈਸੇ ਨਹੀਂ ਪੈਣਾ। ਮੈਂ ਇਸੇ ਗੱਲ ਨਾਲ ਖਾਲਿਦ ਸਾਹਿਬ ਨਿਬੇੜਨਾ ਚਾਹੁੰਦਾ ਇਹ ਮਸਲਾ ਕਿ ਕੀ ਆ ਯਾਤਰਾ ਰਾਹੁਲ ਗਾਂਧੀ ਨੂੰ ਕਿਸੇ ਮੁਕਾਮ ਤੇ ਪਹੁੰਚਾਵੇ ਚਾਹੇ ਨਾ ਪਹੁੰਚਾਵੇ, ਕਾਂਗਰਸ ਦੇ ਪੈਰ ਲਵਾਵੇ ਚਾਹੇ ਨਾ ਲਵਾਵੇ, ਪਰ ਸੱਤਾਧਾਰੀ ਧਿਰ ਨੂੰ ਕੁਝ ਸਮਝਾ ਜੂਗੀ, ਕੁਝ ਉਹ ਕਿਸੇ ਰਾਹ ਮੁੜਦੇ ਨਜ਼ਰ ਆਉਣਗੇ। ਦੇਖੋ ਇੱਕ ਲੰਬੇ ਸਮੇਂ ਤੋਂ ਬਾਅਦ ਬੇਸ਼ੱਕ ਜਿਹੜਾ ਆਪਣਾ ਨੈਸ਼ਨਲ ਮੇਨਸਟ੍ਰੀਮ ਮੀਡੀਆ ਹੈਗਾ ਉਹਨੇ ਇਸ ਯਾਤਰਾ ਨੂੰ ਆਲਮੋਸਟ ਨਕਾਰ ਦਿੱਤਾ। ਉਹਨਾਂ ਨੇ ਕੋਈ ਇਹਦੀ ਕਵਰੇਜ ਨਹੀਂ ਦਿੱਤੀ, ਅੰਸ਼ਕ ਰੂਪ ਦੇ ਵਿੱਚ ਵੀ ਨਹੀਂ ਦਿੱਤੀ ਕਵਰੇਜ। ਹੁਕਮ ਨਹੀਂ ਦਿੱਤਾ ਉਹਨਾਂ ਨੂੰ। ਦੂਸਰੀ ਚੀਜ਼ ਇਹ ਹੈਗੀ ਹੈ, ਇਸ ਯਾਤਰਾ ਨੇ ਜਿਸ ਵੇਲੇ ਆਪਾਂ ਅਖਬਾਰਾਂ ਦੇ ਵਿੱਚ ਦੇਖਦੇ ਹਾਂ, ਅਖਬਾਰਾਂ ਦੇ ਵਿੱਚ ਮਿਡਲ ਦੇਖਦੇ ਹਾਂ, ਅਖਬਾਰਾਂ ਵਿੱਚ ਆਰਟੀਕਲ ਦੇਖਦੇ ਹਾਂ ਯਾਤਰਾ ਦੇ ਬਾਰੇ, ਤਾਂ ਇਹ ਲੱਗਦਾ ਹੈ ਕਿ ਉਹਨਾਂ ਕਿਤੇ ਨਾ ਕਿਤੇ ਸਟਰਿੰਗ ਕੀਤੀ ਹੈ, ਕਿਤੇ ਨਾ ਕਿਤੇ ਹਿਲਾਇਆ ਸਮਾਜ ਨੂੰ। ਉਹਦੇ ਵਿੱਚ ਜਿਹੜਾ ਪਰਸੋਂ ਦਾ ਭਾਸ਼ਣ ਸੀਗਾ ਰਾਹੁਲ ਗਾਂਧੀ ਦਾ ਲਾਲ ਕਿਲੇ ਤੇ, ਉਸ ਭਾਸ਼ਣ ਦੇ ਵਿੱਚ ਉਹਨਾਂ ਨੇ ਇਹੀ ਦੋ ਤਿੰਨ ਗੱਲਾਂ ਜਿਹੜੀਆਂ ਹੈਗੀਆਂ ਕਹੀਆਂ ਕਿ ਜਿਹੜਾ ਤੁਹਾਡਾ ਜੇਬ ਕੱਟੀ ਜਾ ਰਹੀ ਹੈ ਔਰ ਤੁਹਾਡਾ ਧਿਆਨ ਕਿਤੇ ਹੋਰ ਲਾਇਆ ਜਾ ਰਿਹਾ, ਯਾਨੀ ਤੁਹਾਨੂੰ ਕਮਿਊਨਲਿਜ਼ਮ, ਹਿੰਦੂ ਵਰਸਸ ਮੁਸਲਿਮ ਉਹ ਕਰਕੇ ਅਸਲ ਜਿਹੜਾ ਹੈਗਾ ਤੁਹਾਡੀ ਜੇਬ ਕੱਟੀ ਜਾ ਰਹੀ ਹੈ, ਤੁਹਾਡਾ ਪੈਸਾ ਜਿਹੜਾ ਹੈਗਾ ਉਹ ਕਰੋਨੀ ਕੈਪੀਟਲਿਜ਼ਮ ਦੇ ਵਿੱਚ ਆ ਰਿਹਾ ਹੈ। ਦੂਸਰੀ ਚੀਜ਼ ਉਹਨਾਂ ਨੇ ਕਹੀ ਹੈ ਕਿ ਨਫ਼ਰਤ ਦਾ ਬਾਜ਼ਾਰ ਗਰਮ ਹੈ, ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਿੰਨਾ ਵੀ ਮੀਡੀਆ ਹੈਗਾ, ਮੇਨ ਸਟ੍ਰੀਮ ਮੀਡੀਆ, ਉਹ ਸ਼ਾਮ ਨੂੰ ਪਿਛਲੇ 8 ਸਾਲ ਤੋਂ ਜਿੰਨੀਆਂ ਵੀ ਟੌਪਿਕ ਕਰਦਾ ਉਹ ਲੱਭ ਕੇ ਛੋਟੀ ਛੋਟੀ ਗੱਲ ਲੱਭ ਕੇ ਉਹਦੇ ਵਿੱਚੋਂ ਇਸ ਤਰ੍ਹਾਂ ਦੀ ਡਿਸਕਸ਼ਨ ਕਰਨਗੇ ਜਿਹਦੇ ਵਿੱਚ ਹਿੰਦੂ ਮੁਸਲਿਮ ਜਾਂ ਕੋਈ ਨਾ ਕੋਈ ਪੁਆੜਾ ਜਾਂ ਫਸਾਦ ਇਸ ਤਰ੍ਹਾਂ ਹੋਵੇ, ਜੋੜਨ ਦੀ ਕਿਤੇ ਮੀਡੀਆ ਨੇ ਗੱਲ ਨਹੀਂ ਕੀਤੀ। ਅਗਰ ਇਹਨਾਂ ਚੀਜ਼ਾਂ ਨੂੰ ਆਪਾਂ ਦੇਖੀਏ, ਰਾਹੁਲ ਗਾਂਧੀ ਨੂੰ ਜਿਹੜਾ ਇਹ ਕਿਹਾ ਜਾਂਦਾ ਸੀਗਾ ਔਰ ਉਹਨੇ ਇੱਕ ਗੱਲ ਕਹੀ ਕਿ ਮੈਨੂੰ ਟ੍ਰਿਬਲਾਈਜ਼ ਕਰਨ ਵਾਸਤੇ ਹਜ਼ਾਰਾਂ ਕਰੋੜ ਰੁਪਇਆ ਇਹਨਾਂ ਨੇ ਖਰਚ ਕੀਤਾ ਹੈ ਤਾਂ ਕਿ ਮੈਨੂੰ ਨਾ ਉੱਠਣ ਦਿੱਤਾ ਜਾਵੇ, ਮੇਰੇ ਉੱਪਰ ਕੋਈ ਨਾ ਕੋਈ ਲਾਂਛਨ ਇਲਜ਼ਾਮ, ਕੋਈ ਪੱਪੂ ਕਹੋ, ਕੋਈ ਕੁਛ ਕਹੋ, ਉਹਨਾਂ ਸਾਰਿਆਂ ਦੇ ਉੱਪਰ ਉਹਦੇ ਵਿੱਚੋਂ ਡੈਫੀਨੇਟਲੀ ਐਜ਼ ਏ ਲੀਡਰ ਉੱਭਰਿਆ ਰਾਹੁਲ ਗਾਂਧੀ। ਲੇਕਿਨ ਉਹਦਾ ਫਾਇਦਾ ਪੋਲੀਟੀਕਲ ਕਿੰਨਾ ਹੋਏਗਾ ਇਹਦੇ 'ਚ ਮੈਂ ਨਹੀਂ ਪੈਂਦਾ ਇਸ ਵੇਲੇ। ਲੇਕਿਨ ਲਾਸਟ ਦੇ ਵਿੱਚ ਮੈਂ ਇਹ ਗੱਲ ਕਹਾਂਗਾ ਕਿ ਇਹਦੇ ਵਿੱਚ ਉਹ ਜਿਹੜੇ ਇਸ਼ੂਜ਼ ਨੂੰ ਆਪਾਂ ਸਾਰੇ ਅਕਸਰ ਡਿਸਕਸ ਕਰਦੇ ਰਹਿੰਦੇ ਆ, ਉਹਨੂੰ ਨੈਸ਼ਨਲ ਲੈਵਲ ਤੇ ਇੱਕ ਨਵਾਂ ਨੈਰੇਟਿਵ ਜਿਹੜਾ ਹੈਗਾ ਉਹ ਸਾਹਮਣੇ ਆਇਆ, ਉਹਦੀ ਕੋਸ਼ਿਸ਼ ਜਿਹੜੀ ਹੈਗੀ ਹੈ ਰਾਹੁਲ ਗਾਂਧੀ ਨੇ ਕੀਤੀ ਹੈ। ਬਿਲਕੁਲ, ਪਰ ਜਿਹੜੀ ਧਿਰ ਸੱਤਾ ਤੋਂ ਬਾਹਰ ਹੁੰਦੀ ਆ ਉਹਨੂੰ ਫਿਰ ਲੋਕਾਂ ਦਾ ਫਿਕਰ ਹੁੰਦਾ ਤੇ ਜਿਹੜੀ ਸੱਤਾ 'ਚ ਹੁੰਦੀ ਆ ਉਹਨੂੰ ਆਪਣੇ ਹੀ ਕੋਈ ਚਹੇਤਿਆਂ ਦਾ ਫਿਕਰ ਹੁੰਦਾ। ਇਹ ਸਾਰੀ ਚਰਚਾ ਨੂੰ ਅਸੀਂ ਚਾਹੇ ਉਹ ਕਰਜ਼ੇ ਦੇ ਰੂਪ 'ਚ, ਜਿਵੇਂ ਖਾਲਿਦ ਸਾਹਿਬ ਨੇ ਕਿਹਾ ਕਿ ਤੁਸੀਂ ਪਿਛਲੇ 5 ਸਾਲਾਂ ਦੇ ਸੂਬਿਆਂ ਦੇ ਔਰ ਮੁਲਕ ਦੇ ਕਰਜ਼ੇ ਚੱਕ ਕੇ ਦੇਖ ਲਿਓ ਕਿ ਕਰਜ਼ਈ ਅਸੀਂ ਕਿੰਨੇ ਹੋਏ ਹਾਂ, ਔਰ ਉਹ ਕਰਜ਼ਈ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਤੁਹਾਨੂੰ ਮੁਫਤ ਸਕੀਮਾਂ ਦੇ ਰਹੇ ਹਾਂ, ਉਹਨਾਂ ਨਾਲ ਇੱਕ ਧੋਖਾ ਹੁੰਦਾ। ਸੋ ਇਸ ਲਈ ਅਸੀਂ ਇਸ ਚਰਚਾ ਨੂੰ ਲੈ ਕੇ ਹਾਜ਼ਰ ਹੋਏ ਸੀ। ਜਿਹੀ ਚਰਚਾ ਲੈ ਕੇ ਫਿਰ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਪੰਜਾਬ ਟੈਲੀਵਿਜ਼ਨ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਪ੍ਰੈਸ ਸਾਹਿਬ, ਬਹੁਤ ਬਹੁਤ ਸ਼ੁਕਰੀਆ ਭਾਜੀ।